ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਉ ਬਲਿਹਾਰੀ ਸਤਿਗੁਰ ਚਰਨਾ। ਦਰਸ਼ਨ ਪਿਆਸੀ ਦਿਨ ਰਾਤ, ਚਿਤਵੋ ਅੰਡ ਨੀਤ। ਕੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੁਹਾਗਣੀ, ਮੁੱਠੀ ਦੂਜੈ ਭਾਏ। ਕਲਰ ਕੇਰੀ ਕੰਧ ਜਿਉ, ਅਹਨਿਸ ਕਿਰ ਢਹਿ ਪਾਏ। ਤ੍ਰਿਗ ਜੀਵਨ ਦੁਹਾਗਣੀ, ਮੁੱਠੀ ਦੂਜੈ ਭਾਏ। ਕਲਰ ਕੇਰੀ ਕੰਧ ਜਿਉ, ਅਹਨਿਸ ਕਿਰ ਢਹਿ ਪਾਏ। ਬਿਨ ਸ਼ਬਦ ਸੁਖ ਨਾ ਥੀਐ, ਫਿਰ ਬਿਨ ਦੁਖ ਨ ਜਾਏ ਮੁੰਧੇ। ਫਿਰ ਬਿਨ ਕਿਆ ਸ਼ਿੰਗਾਰ, ਦਰ ਕਰ ਢੋਈ ਨਾ ਲਹੈ। ਦਰਗਹਿ ਝੂਠ ਖੁਆਰ ਰਹਾਉ। ਮੁੰਧੇ ਫਿਰ ਬਿਨ ਕਿਆ ਸ਼ਿੰਗਾਰ, ਦਰ ਕਰ ਢੋਈ ਨਾ ਲਹੈ। ਦਰਗਹਿ ਝੂਠ ਖੁਆਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ। ਆਪ ਜੀ ਨੇ ਰਾਗ ਸ਼੍ਰੀ ਰਾਗ ਚੋਂ ਅੰਗ 18 ਤੋਂ ਜੋ ਸ਼ਬਦ ਸਰਵਣ ਕੀਤਾ, ਇਸ ਪਵਿੱਤਰ ਸ਼ਬਦ ਦੀ ਉਥਾਨਕਾ ਹੈ ਕਿ ਸ਼੍ਰੀ ਨਗਰ ਕਰਤਾਰਪੁਰ ਸਾਹਿਬ ਵਿਖੇ ਇੱਕ ਬੜਾ ਪਖੰਡੀ ਸਾਧ ਰਹਿੰਦਾ ਸੀ, ਜੋ ਪਖੰਡ ਬਹੁਤ ਕਰਦਾ ਸੀ ਪਰ ਪਰਮੇਸ਼ਰ ਨਾਲ ਜੁੜਿਆ ਹੋਇਆ ਨਹੀਂ ਸੀ। ਚੰਦਨ ਦੀਆਂ ਖੜਾਵਾਂ ਪਾਉਣੀਆਂ, ਸਰੀਰ ਤੇ ਸੈਂਟ ਜਿਹੜੇ ਮਹਿਕਾ ਛੱਡਦੇ ਹੋਏ ਛਿੜਕਣੇ, ਬੜਾ ਸ਼ਿੰਗਾਰ ਕਰਨਾ ਸਰੀਰ ਤੇ, ਬਾਹਰੀ ਤੌਰ ਤੇ ਆਪਣੇ ਆਪ ਨੂੰ ਉਸ ਪਰਮੇਸ਼ਰ ਦੀ ਸੁਹਾਗਣ ਸਮਝਣਾ, ਬਈ ਮੈਂ ਉਸ ਪਰਮੇਸ਼ਰ ਦੀ ਸੁਹਾਗਣ ਬਣ ਗਿਆ ਹਾਂ। ਇਸ ਤਰ੍ਹਾਂ ਦਾ ਉਹਨੇ ਸ਼ਿੰਗਾਰ ਕਰਨਾ, ਪਰ ਅੰਦਰ ਉਸਦੇ ਪਰਮੇਸ਼ਰ ਦਾ ਨਾਮ ਨਹੀਂ ਸੀ ਵਸਿਆ। ਤਾਂ ਇੱਕ ਦਿਨ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਉਹਦਾ ਮਿਲਾਪ ਹੋਇਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸ ਨੂੰ ਅਤੇ ਹੋਰ ਸੰਸਾਰ ਦੇ ਲੋਕਾਂ ਨੂੰ ਝੂਠੇ ਸ਼ਿੰਗਾਰ ਪਖੰਡ ਤੋਂ ਵਰਜਦੇ ਹੋਏ ਸੱਚ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਔਰ ਇਸ ਪਵਿੱਤਰ ਸ਼ਬਦ ਦੀ ਜੋ ਰਹਾਉ ਦੀ ਪੰਗਤੀ ਹੈ, ਮੁੰਧੇ ਫਿਰ ਬਿਨ ਕਿਆ ਸ਼ਿੰਗਾਰ। ਦਰ ਕਰ ਢੋਈ ਨਾ ਲਹੈ, ਦਰਗਹਿ ਝੂਠ ਖੁਆਰ। ਇਹ ਸ਼ਬਦ ਦੀ ਰਹਾਉ ਦੀ ਪੰਗਤੀ ਵਿੱਚ ਇਸ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ, ਮੇਨ ਭਾਵ ਹੁੰਦਾ ਹੈ। ਆਓ ਇਸ ਸ਼ਬਦ ਦੀ ਕਥਾ ਆਰੰਭ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀਆਂ ਅਤੇ ਦਾਸ ਦੀਆਂ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹੱਲਾ ਪਹਿਲਾ।
ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ। ਕਲਰ ਕੇਰੀ ਕੰਧ ਜੋ ਐਨਿਸ ਕਿਰ ਟਹਿ ਪਾਏ। ਬਿਨ ਸ਼ਬਦ ਹੈ ਸੁਖ ਨਾ ਥੀਐ ਫਿਰ ਬਿਨ ਦੁਖ ਨ ਜਾਏ। ਮੁੰਧੇ ਫਿਰ ਬਿਨ ਕਿਆ ਸ਼ਿੰਗਾਰ ਦਰ ਕਰ ਢੋਈ ਨਾ ਲਹੈ। ਦਰਗਹਿ ਝੂਠ ਖੁਆਰ ਰਹਾਉ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਕਰਦੇ ਹੋਏ ਬਖਸ਼ਿਸ਼ ਕਰਦੇ ਹਨ। ਮੁੰਦੇ ਭਾਵ ਹੈ ਜੀਵ ਇਸਤਰੀ ਸੰਸਾਰ ਦੇ ਵਿਕਾਰਾਂ ਵਿੱਚ ਮੁਗਧ ਇਸਤਰੀ ਮਾਇਆ ਦੇ ਪ੍ਰਭਾਵ ਹੇਠ ਵਿਚ ਰਹੀ ਹੈ। ਜੀਵ ਇਸਤਰੀ ਭਾਵ ਹੈ ਸਾਰੇ ਮਨੁੱਖਾਂ ਨੂੰ, ਇਸਤਰੀਆਂ ਨੂੰ ਸੰਬੋਧਨ। ਪਰ ਇੱਥੇ ਇਸਤਰੀ ਕਿਉਂ ਲਿਖਿਆ? ਕਿਉਂਕਿ ਜੀਵ ਆਤਮਾ ਇਸਤਰੀ ਹੈ ਔਰ ਉਹ ਸਾਧ ਵੀ ਆਪਣੇ ਆਪ ਨੂੰ ਪਰਮੇਸ਼ਰ ਦੀ ਸੁਹਾਗਣ ਸਮਝਦਾ ਸੀ, ਪਰ ਕੇਵਲ ਬਾਹਰੀ ਤੌਰ ਤੇ ਵਿਖਾਵਾ ਸੀ, ਅੰਦਰੋਂ ਜੁੜਿਆ ਨਹੀਂ ਸੀ। ਇਹੋ ਜਿਹੇ ਲੋਕਾਂ ਦੇ ਵਾਸਤੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਬਖਸ਼ਿਸ਼ ਕਰਦੇ ਹਨ। ਮੁੰਧੇ ਹੇ ਮਾਇਆ ਵਿੱਚ ਮਸਤ ਇਸਤਰੀ, ਤੂੰ ਬਾਹਰੀ ਤੌਰ ਤੇ ਬੜੇ ਧਾਰਮਿਕ ਚਿੰਨ੍ਹ ਪਹਿਨੇ ਹਨ, ਬੜੇ ਧਾਰਮਿਕ ਸ਼ਿੰਗਾਰ ਕਰਨੇ, ਮਹਿਕਾਂ ਛੱਡਣੀਆਂ, ਬਾਹਰੀ ਤੌਰ ਤੇ ਸੈਂਟ ਛਿੜਕਣੇ, ਚੰਦਨ ਦੇ ਪਊਏ, ਚੰਦਨ ਦੀਆਂ ਖੜਾਵਾਂ ਪਾਉਣੀਆਂ, ਗਲ ਦੇ ਵਿੱਚ ਅਨੇਕਾਂ ਤਰ੍ਹਾਂ ਦੀਆਂ ਮਾਲਾਵਾਂ ਪਾਉਣੀਆਂ, ਆਪਣੇ ਆਪ ਨੂੰ ਧਰਮੀ ਦਿਖਾਉਣਾ। ਪਰ ਜੇ ਤੇਰਾ ਮਾਲਕ ਤੇਰੇ ਨਾਲ ਨਹੀਂ ਤਾਂ ਫਿਰ ਇਹਨਾਂ ਸ਼ਿੰਗਾਰਾਂ ਦਾ ਕੋਈ ਮਤਲਬ ਨਹੀਂ ਹੈ, ਕੋਈ ਫਾਇਦਾ ਨਹੀਂ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਕੋਈ ਇਸਤਰੀ ਸ਼ਿੰਗਾਰ ਤਾਂ ਬਹੁਤ ਕਰੇ ਪਰ ਆਪਣੇ ਮਾਲਕ ਦੀ ਗੱਲ ਨਾ ਮੰਨੇ, ਉਸ ਦਾ ਮਾਲਕ ਉਹਦੇ ਸ਼ਿੰਗਾਰ ਦੇਖ ਕੇ ਕਦੇ ਵੀ ਖੁਸ਼ ਨਹੀਂ ਹੋ ਸਕਦਾਗਾ। ਔਰ ਉਹਨਾਂ ਜੀਵ ਇਸਤਰੀਆਂ ਨੂੰ, ਉਹਨਾਂ ਮਨੁੱਖਾਂ ਨੂੰ, ਉਹਨਾਂ ਧਰਮੀ ਦਿਖਾਵਾ ਕਰਨ ਵਾਲੇ ਮਨੁੱਖਾਂ ਨੂੰ ਕਦੇ ਵੀ ਮਾਲਕ ਦੇ ਦਰ ਤੇ ਢੋਈ ਟਿਕਾਣਾ ਨਹੀਂ ਮਿਲਦਾ, ਰਿਹਾਇਸ਼ ਨਹੀਂ ਮਿਲਦੀ। ਦਰ ਕਰ ਢੋਈ ਨਾ ਲਹੈ, ਉਹ ਕਦੇ ਵੀ ਮਾਲਕ ਦੇ ਘਰ ਵਿੱਚ ਰਹਿਣ ਦੇ ਯੋਗ ਨਹੀਂ ਹੁੰਦੇ, ਉਹਨਾਂ ਨੂੰ ਉੱਥੇ ਜਗ੍ਹਾ ਪ੍ਰਾਪਤ ਨਹੀਂ ਹੋ ਸਕਦੀ। ਦਰਗਹਿ ਝੂਠ ਖੁਆਰ, ਜਿਨ੍ਹਾਂ ਨੇ ਮਾਤ ਲੋਕ ਵਿੱਚ ਵਿਚਰਦਿਆਂ ਹੋਇਆਂ ਝੂਠ ਹੀ ਝੂਠ ਬੋਲਿਆ, ਝੂਠਿਆਂ ਦੀ ਸੰਗਤ ਕੀਤੀ, ਉਹ ਇੱਥੇ ਵੀ ਦੁਖੀ ਤੇ ਉੱਥੇ ਵੀ ਦੁਖੀ। ਉਹ ਦੋਹਾਂ ਜਹਾਨਾਂ ਦੇ ਵਿੱਚ ਉਹਨਾਂ ਨੂੰ ਕਦੇ ਵੀ ਆਪਣੇ ਮਾਲਕ ਦੀ ਪ੍ਰਾਪਤੀ ਜਿਹੜੀ ਹੈ ਉਹ ਨਹੀਂ ਹੋ ਸਕਦੀ। ਤੇ ਫਿਰ ਇਹੋ ਜਿਹੇ ਲੋਕਾਂ ਦਾ ਜੀਵਨ ਕੈਸਾ ਹੋ ਗਿਆ? ਉਸ ਛੁੱਟੜ ਇਸਤਰੀ ਵਰਗਾ, ਉਸ ਦੁਹਾਗਣੀ ਇਸਤਰੀ ਵਰਗਾ ਜਿਹੜੀ ਆਪਣੇ ਮਾਲਕ ਤੋਂ ਵਿਛੜੀ ਹੋਈ ਆ। ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਤ੍ਰਿਗ ਜੀਵਨ ਦੁਹਾਗਣੀ, ਉਹ ਇਸਤਰੀ ਜਿਹੜੀ ਦੋ ਥਾਵਾਂ ਤੇ ਜਾਂਦੀ ਹੈ, ਭਾਵ ਆਪਣੇ ਮਾਲਕ ਨੂੰ ਛੱਡ ਕੇ ਜਿਹੜੀ ਥਾਂ ਥਾਂ ਭਟਕਦੀ ਹੈ, ਉਹਦਾ ਜਿਉਣਾ ਤ੍ਰਿਗ ਹੈ, ਬੇਕਾਰ ਹੈ, ਲਾਹਨਤ ਹੈ ਉਸ ਨੂੰ ਜਿਹੜੀ ਆਪਣੇ ਮਾਲਕ ਨੂੰ ਛੱਡ ਕੇ ਇੱਧਰ ਉੱਧਰ ਭਟਕ ਰਹੀ ਹੈ। ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ। ਦੂਜੇ ਭਾਏ ਭਾਵ ਇੱਕ ਨੂੰ ਛੱਡ ਕੇ ਦੂਸਰੇ ਨਾਲ ਪਿਆਰ ਕਰਨ ਵਾਲੀ, ਭਾਵ ਕਿ ਆਪਣੇ ਮਾਲਕ ਨੂੰ ਛੱਡ ਕੇ ਥਾਂ ਥਾਂ ਭਟਕਣ ਵਾਲੀ ਉਹ ਇਸਤਰੀ ਜਿਹੜੀ ਕਹਿੰਦੀ ਆ ਮੈਂ ਸ਼ਾਇਦ ਉੱਥੋਂ ਸੁੱਖ ਪਾ ਲਵਾਂ, ਉੱਥੋਂ ਪਾ ਲਵਾਂ, ਉਹ ਸਾਰੇ ਥਾਵਾਂ ਤੋਂ ਹੀ ਧਰਕਾਰੀ ਜਾਂਦੀ ਹੈ। ਅਖੀਰ ਤੇ ਕੋਈ ਵੀ ਕਹਿੰਦੇ ਉਹਦੀ ਬਾਂਹ ਨਹੀਂ ਫੜਦਾ,
ਧ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ, ਅਖੀਰ ਉਹ ਠੱਗੀ ਜਾਂਦੀ ਹੈ, ਭਾਵ ਉਸ ਦਾ ਜੀਵਨ ਖਤਮ ਹੋ ਜਾਂਦਾ ਹੈ। ਉਹ ਮਨੁੱਖ ਜਿਹੜੇ ਪ੍ਰਭੂ ਦੇ ਨਾਮ ਦੀ ਕਮਾਈ ਤਾਂ ਨਹੀਂ ਕਰਦੇ, ਪਰ ਬਾਹਰੀ ਤੌਰ 'ਤੇ ਸ਼ਿੰਗਾਰ ਬਹੁਤ ਕਰਦੇ ਹੈ। ਪ੍ਰੀਤਮ ਦਾ ਬਚਨ ਹੈ ਨਾ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾ ਸੋ ਸੰਗ ਨ ਛੁਟਕਿਓ, ਅਦ ਕੇ ਅਹਮ ਬੁਧ ਬਾਧੇ, ਪਿਆਰੇ ਇਨ ਬਿਧ ਮਿਲਨ ਨ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਬਵੇਕਾ। ਉਹ ਇਸਤਰੀਆਂ ਭਾਵ ਉਹ ਮਨੁੱਖ, ਉਹ ਜੀਵ ਆਤਮਾਵਾਂ ਕਦੇ ਵੀ ਸੁਖੀ ਨਹੀਂ ਵਸਦੀਆਂ, ਜਿਹੜੀਆਂ ਕੇਵਲ ਤੇ ਕੇਵਲ ਬਾਹਰੀ ਤੌਰ 'ਤੇ ਸ਼ਿੰਗਾਰ ਕਰਦੀਆਂ, ਅੰਦਰੋਂ ਆਪਣੇ ਮਾਲਕ ਨਾਲ, ਪ੍ਰਭੂ ਨਾਲ, ਪਰਮੇਸ਼ਰ ਨਾਲ ਪਿਆਰ ਨਹੀਂ ਪਾਉਂਦੀਆਂ। ਧੰਨ ਗੁਰੂ ਨਾਨਕ ਦੇਵ ਜੀ ਉਸ ਪਖੰਡੀ ਸਾਧ ਨੂੰ ਸੰਬੋਧਨ ਕਰਕੇ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਦੇ ਨੇ। ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨੇ ਪਰਮੇਸ਼ਰ ਦੇ ਪਿਆਰੇ। ਕਿਸੇ ਇੱਕ ਨੂੰ ਸੰਬੋਧਨ ਕਰਕੇ ਗੱਲ ਸਾਰਿਆਂ ਨੂੰ ਕਹਿੰਦੇ ਆ। ਧ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੇ ਭਾਏ, ਥਾਂ ਥਾਂ 'ਤੇ ਭਟਕਣ ਨਾਲ ਉਹ ਠੱਗੀ ਜਾਂਦੀ ਹੈ, ਭਾਵ ਉਹਦਾ ਜੀਵਨ ਇਉਂ ਬਰਬਾਦ ਹੋ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਜਿਵੇਂ ਕਲਰ ਕੇਰੀ ਕੰਧ ਜਿਉਂ, ਜਿਵੇਂ ਕਲਰ ਵਾਲੀ ਧਰਤੀ ਉੱਤੇ ਪਾਇਆ ਹੋਇਆ ਮਕਾਨ ਕਿਰਨਾ ਸ਼ੁਰੂ ਹੋ ਜਾਂਦਾ ਹੈ। ਧਰਤੀ ਵਿੱਚ ਕਲਰ ਹੁੰਦਾ ਹੈ, ਤੇਜ਼ਾਬ ਹੁੰਦਾ ਹੈ, ਜਿਸ ਦੀ ਸਿੱਲ ਚੜ੍ਹ ਚੜ੍ਹ ਕੇ ਉਸ ਮਕਾਨ ਦੀਆਂ ਇੱਟਾਂ ਖੁਰਦੀਆਂ ਜਾਂਦੀਆਂ। ਕੱਚਾ ਹੋਵੇ ਜਾਂ ਪੱਕਾ ਹੋਵੇ, ਉਸ ਦਾ ਖੁਰਨਾ ਸ਼ੁਰੂ ਹੋ ਜਾਂਦਾ ਹੈ, ਔਰ ਕਿਰਦਾ ਕਿਰਦਾ ਹੌਲੀ 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 ਉਹ ਮਕਾਨ ਇੱਕ ਦਿਨ ਡਿੱਗ ਜਾਂਦੇ ਹਨ, ਖਤਮ ਹੋ ਜਾਂਦੇ ਹਨ ਦੁਨੀਆ ਵਿੱਚੋਂ। ਉਸੇ ਤਰ੍ਹਾਂ ਹੀ ਇਹ ਮਨੁੱਖਾ ਜੀਵਨ ਨਾਮ ਜਪ ਕੇ ਹੀ ਸਦਾ ਸਥਿਰ ਹੋ ਸਕਦਾ ਹੈ, ਪਰਮੇਸ਼ਰ ਨਾਲ ਮਿਲ ਸਕਦਾ ਹੈ, ਪਰਮੇਸ਼ਰ ਦੇ ਵਿੱਚ ਸਦਾ ਸਦਾ ਲਈ ਸਮਾ ਸਕਦਾ ਹੈ। ਵਰਨਾ ਉਸੇ ਕਲਰ ਵਾਲੇ ਮਕਾਨ ਦੀ ਤਰ੍ਹਾਂ, ਕਲਰ ਵਿੱਚ ਕੱਢੀ ਕੰਧ ਦੀ ਤਰ੍ਹਾਂ ਕਿਰਦਾ ਕਿਰਦਾ ਇਹ ਵੀ ਇੱਕ ਦਿਨ ਇਉਂ ਖਤਮ ਹੋ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ, ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਜਿਵੇਂ ਜਿਵੇਂ ਉਮਰ ਖਤਮ ਹੁੰਦੀ ਜਾਂਦੀ ਹੈ, ਸਰੀਰ ਜਿਹੜਾ ਸਾਡਾ ਇਹ ਗੁਰੂ ਪਿਆਰਿਓ ਖਾਤਮੇ ਵੱਲ ਜਾ ਰਿਹਾ ਹੈ। ਸਵਾਸਾਂ ਦੀ ਪੂੰਜੀ ਖਤਮ ਹੁੰਦੀ ਜਾ ਰਹੀ ਹੈ ਇਸ ਦੇ ਅੰਦਰੋਂ। ਉਸੇ ਤਰ੍ਹਾਂ ਖਾਰ ਵਾਲੀ ਮਿੱਟੀ ਦੀ ਨਿਆਈ, ਜਿੱਥੇ ਤੇਜ਼ਾਬੀ ਮਾਦਾ ਹੁੰਦਾ ਹੈ ਉਸ ਨੂੰ ਕਲਰ ਕਹਿੰਦੇ ਆ, ਉੱਥੇ ਫਸਲਾਂ ਵੀ ਨਹੀਂ ਹੁੰਦੀਆਂ ਜ਼ਿਆਦਾ। ਉੱਥੇ ਕੱਢੇ ਹੋਏ ਮਕਾਨ ਵੀ ਬਹੁਤਾ ਚਿਰ ਨਹੀਂ ਖੜ੍ਹਦੇ, ਉਹ ਵੀ ਇੱਕ ਦਿਨ ਡਿੱਗ ਪੈਂਦੇ ਆ। ਇਹ ਮਨੁੱਖ ਉਸੇ ਤਰ੍ਹਾਂ ਹੀ ਇਸ ਮਨੁੱਖ ਨੂੰ ਵਿਸ਼ੇ ਵਿਕਾਰਾਂ ਦੀ ਜਿਹੜੀ ਹੈ ਖਾਰ ਲੱਗੀ ਹੋਈ ਹੈ, ਸ਼ੋਰਾ ਲੱਗਿਆ ਹੋਇਆ ਹੈ, ਤੇਜ਼ਾਬ ਲੱਗੇ ਹੋਏ ਹਨ। ਇਹਨਾਂ ਵਿਸ਼ੇ ਵਿਕਾਰਾਂ ਨੇ ਇਸ ਮਨੁੱਖ ਦਾ ਇਉਂ ਖਾਤਮਾ ਕਰ ਦਿੱਤਾ ਜਿਵੇਂ ਉਹ ਕਲਰ ਵਾਲੀ ਕੰਧ ਡਿੱਗ ਪੈਂਦੀ ਆ। ਦਿਨ ਤੇ ਪਹਿਰ ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਕਾਲ ਅਹੇਰੀ ਫਿਰੈ ਵਧ ਕਜਿਉ, ਕਹੋ ਕਵਨ ਵਿਦ ਕੀਜੈ। ਪ੍ਰਾਣੀ 100 ਦਿਨ ਆਵਣ ਲਾਗਾ, ਮਾਤ ਭਾਈ ਬੰਟਾ ਸੁਤ ਬੰਧਪ। ਕਹੋ ਕਹੂ ਹੈ ਕਾਕਾ, ਕੋਈ ਜਾਣੈ ਕਵਣ ਇਹਾਂ ਜਗ ਮੀਤ। ਕੋਈ ਬਿਰਲਾ ਹੀ ਇਸ ਗੱਲ ਨੂੰ ਸਮਝਦਾ ਹੈ ਕਿ ਸਾਡਾ ਅਸਲੀ ਮਿੱਤਰ ਕੌਣ ਹੈ। ਕੋਈ ਜਾਣੈ ਕਵਣ ਇਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ। ਤਾਂ ਕਿ ਨਿਰਮਲ ਰੀਤ ਜਿਸ ਨੂੰ ਸਮਝ ਆ ਗਈ, ਉਹਦੇ ਜੀਵਨ 'ਚੋਂ ਪਤਾ ਲੱਗਦਾ, ਉਹਦਾ ਜੀਵਨ ਬਦਲ ਜਾਂਦਾ ਹੈ। ਉਹਦੇ ਜੀਵਨ ਦੀਆਂ ਰੀਤਾਂ, ਉਹਦੇ ਜੀਵਨ ਦੀ ਚਾਲ ਚੱਲਣ ਜਿਹੜਾ ਉਹ ਬਦਲ ਜਾਂਦਾ ਹੈ।
इस करके सतगुरु पातशाह जी कहने भलीए हे जीव इस्त्री बिन शब्द सुख ना थीए। हुण इत्थे जीव आत्मा जां जीव साडा जिहड़ा अंदर वसदा शरीर दे, इस दा पति शब्द है। उदाहरण इस्त्री दी दे करके सतगुरां ने जिहड़ा है असल विच काया कामण सदा सुहेली पिर वसै जिस नाले। इत्थे दो जणियां दी गल कीती आ, एक आत्मा दी एक इस्त्री दी। इस्त्री दी उदाहरण है, गल आत्मा वास्ते आ। तो काया कामण सदा सुहेली, काया ते कामण इस्त्री ते साडी देही दोने किवें सुखी वसणगियां ਜਦੋਂ ਪਿਰ ਵਸੈ ਤਿਸ ਨਾਲੇ, ਜਦੋਂ ਇਹਨਾਂ ਦਾ ਪਤੀ ਇਹਨਾਂ ਦੇ ਨਾਲ ਹੋਵੇਗਾ। ਫਿਰ ਸੱਚੈ ਤੇ ਸਦਾ ਸੁਹਾਗਣ, ਉਹ ਇਸਤਰੀ ਜਿਹੜੀ ਹੈ ਉਹ ਸਦਾ ਸੁਹਾਗਣ ਹੈ, ਆਪਣੇ ਪਤੀ ਦੇ ਨਾਲ ਵਰਤਦੀ ਹੋਈ ਰਹਿੰਦੀ ਹੋਈ। ਔਰ ਗੁਰਮੁਖ ਸ਼ਬਦ ਸੰਭਾਲੇ। ਤੇ ਇਹ ਜੀਵ ਆਤਮਾ ਗੁਰੂ ਵਾਲੀ ਬਣ ਕੇ ਜਦੋਂ ਗੁਰੂ ਦੇ ਬਖਸ਼ੇ ਸ਼ਬਦ ਨੂੰ ਸੰਭਾਲਦੀ ਹੈ ਤੇ ਉਦੋਂ ਇਹ ਪਰਮੇਸ਼ਰ ਰੂਪੀ ਪਤੀ ਨਾਲ ਦੇਹੀ ਜੁੜਦੀ ਹੈ। ਉਹ ਆਪਣੇ ਪਤੀ ਨਾਲ ਰਹਿ ਕੇ ਖੁਸ਼ ਰਹਿੰਦੀ ਹੈ ਤੇ ਇਹ ਸ਼ਬਦ ਨਾਲ ਜੁੜ ਕੇ ਖੁਸ਼ ਰਹਿੰਦੀ ਹੈ। ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ। ਜਦੋਂ ਇਹ ਉਸ ਮਾਲਕ ਦੇ ਨਾਮ ਨੂੰ ਯਾਦ ਕਰਦੀ ਹੈ ਜਿਹੜਾ ਸਾਨੂੰ ਗੁਰੂ ਵਿਚੋਲੇ ਰਾਹੀਂ ਪ੍ਰਾਪਤ ਹੁੰਦਾ ਹੈ, ਜਦੋਂ ਉਸ ਦੇ ਨਾਲ ਜੁੜਦੀ ਹੈ ਤਾਂ ਸੁਖੀ ਹੁੰਦੀ ਹੈ, ਨਹੀਂ ਤਾਂ ਬਿਨ ਸ਼ਬਦ ਸੁਖ ਨਾ ਥੀਐ। ਜਿਵੇਂ ਕੋਈ ਇਸਤਰੀ ਕਿੰਨੇ ਵੀ ਸ਼ਿੰਗਾਰ ਕਰ ਲਵੇ, ਪਰ ਜੇ ਉਹਦੇ ਸਿਰ ਤੇ ਪਤੀ ਨਾ ਹੋਵੇ ਜਾਂ ਉਹ ਪਤੀ ਤੋਂ ਵਿਛੜੀ ਹੋਵੇ, ਜਾਂ ਗੁਰੂ ਪਿਆਰੇ ਆਪਣੇ ਮਾਲਕ ਨੂੰ ਛੱਡ ਕੇ ਸਹੁਰਿਆਂ ਤੋਂ ਪੇਕੇ ਜਾ ਬੈਠੇ, ਮਾਲਕ ਨੂੰ ਯਾਦ ਨਾ ਕਰੇ ਪਰ ਅੰਦਰੇ ਅੰਦਰ ਬੜੀ ਤੜਫਦੀ ਆ। ਪ੍ਰੀਤਮ ਦਾ ਬਚਨ ਹੈ ਨਾ, ਹਾਥ ਹੋਏ ਭਰਮ ਭੁਲਾਣੀਆਂ ਦੂਜੈ ਲੱਗਾ ਹੇਤ। ਜਿਹੜੀਆਂ ਇਸਤਰੀਆਂ ਇੱਕ ਮਾਲਕ ਨੂੰ ਛੱਡ ਕੇ ਥਾਂ ਥਾਂ ਭਟਕਦੀਆਂ, ਲੱਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੇਤ। ਉਹਨਾਂ ਦੇ ਸਰੀਰ 'ਤੇ ਕੀਤਾ ਹੋਇਆ ਹਰ ਤਰ੍ਹਾਂ ਦਾ ਸ਼ਿੰਗਾਰ, ਸੁੰਦਰ ਵਸਤਰ, ਸੁੰਦਰ ਗਹਿਣੇ, ਸੁੰਦਰ ਕੱਪੜੇ ਔਰ ਹਾਰ ਸ਼ਿੰਗਾਰ, ਸੁੰਦਰ ਕੇਸਾਂ ਦਾ ਵਾਹੁਣਾ, ਲੰਬਾ ਕੱਦ ਆਦਿ ਜੋ ਵੀ ਹੈ, ਚਾਹੇ 16 ਗੁਣ ਜੋ ਇਸਤਰੀ ਵਿੱਚ ਮੰਨੇ ਗਏ ਹਨ, ਉਹ 16 ਦੇ 16 ਗੁਣ ਜੇ ਕਿਸੇ ਇਸਤਰੀ ਵਿੱਚ ਹੋਣ ਪਰ ਮਾਲਕ ਤੋਂ ਵਿਛੜੀ ਹੋਵੇ ਤੇ ਉਸ ਨੂੰ ਆਪਣਾ ਸਰੀਰ ਇਉਂ ਲੱਗਦਾ ਹੈ ਜਿਵੇਂ ਮਿੱਟੀ ਦਾ ਹੈ। ਭਾਵ ਮਿੱਟੀ ਦੀ ਨਿਆਈ ਲੱਗਦਾ ਹੈ, ਸਰੀਰ ਦਾ ਕੋਈ ਚਾਅ ਪੈਦਾ ਨਹੀਂ ਹੁੰਦਾ, ਉਹ ਆਪਣੇ ਘਰ ਵਿੱਚ ਦੁਖੀ ਹੁੰਦੀ ਹੈ। ਬਿਨ ਸ਼ਬਦ ਸੁਖ ਨਾ ਥੀਐ। ਸ਼ਬਦ ਨਾਲ ਜੁੜੇ ਤੋਂ ਬਗੈਰ ਕਦੇ ਸੁਖੀ ਨਹੀਂ ਹੋ ਸਕਦੀ। ਪਿਰ ਬਿਨ ਦੁੱਖ ਨ ਜਾਏ। ਮਾਲਕ ਤੋਂ ਬਗੈਰ ਇਸ ਦੇ ਦੁੱਖਾਂ ਦਾ ਖਾਤਮਾ ਕਰਨ ਵਾਲਾ ਕੋਈ ਨਹੀਂ। ਮੁੰਧੇ ਹੇ ਮਾਇਆ ਵਿੱਚ ਗਸ਼ਕ ਹੋਈ ਜੀਵ ਇਸਤਰੀ, ਮਾਇਆ ਦੇ ਵਿੱਚ ਖਚਤ ਹੋਈ ਜੀਵ ਆਤਮਾ, ਫਿਰ ਬਿਨ ਕਿਆ ਸ਼ਿੰਗਾਰ। ਤੂੰ ਜਿੰਨਾ ਚਿਰ ਆਪਣੇ ਮਾਲਕ ਨਾਲ ਨਹੀਂ ਜੁੜਦੀ ਉਹਨਾਂ ਚਿਰ ਤੇਰੇ ਸ਼ਿੰਗਾਰਾਂ ਦਾ ਕੋਈ ਫਾਇਦਾ ਨਹੀਂ। ਦਰ ਕਰ ਢੋਈ ਨਾਲ ਹੈ, ਉਹਨੂੰ ਇੱਥੇ ਤੇ ਉੱਥੇ ਦੋਵਾਂ ਥਾਨਾਂ ਤੇ ਜਗ੍ਹਾ ਨਹੀਂ ਮਿਲਦੀ। ਦਰ ਗਏ ਝੂਠ ਖੁਆਰ। ਦਰਗਾਹ ਦੇ ਵਿੱਚ ਵੀ ਉਹ ਤਿਰਕਾਰੀ ਜਾਂਦੀ ਹੈ, ਕਿਉਂਕਿ ਮਾਤ ਲੋਕ ਦੇ ਵਿੱਚ ਉਹ ਝੂਠ ਨਾਲ ਹੀ ਜੁੜੀ ਰਹੀ। ਰਹਾਉ। ਰਹਾਉ ਦੀ ਪੰਕਤੀ, ਰਹਾਉ ਦਾ ਇਹ ਬਚਨ ਕੀ ਕਹਿੰਦਾ ਹੈ ਕਿ ਜੀਵ ਰੁਕ। ਇਹ ਜੋ ਸ਼ਬਦ ਤੂੰ ਪੜ੍ਹਿਆ ਹੈ, ਵਿਚਾਰਿਆ ਹੈ, ਪਹਿਲਾਂ ਇਸ ਨੂੰ ਜੀਵਨ ਵਿੱਚ ਢਾਲਣਾ ਕਰ, ਫਿਰ ਅੱਗੇ ਚੱਲ। ਸਾਰੇ ਸ਼ਬਦਾਂ ਵਿੱਚ ਲਗਭਗ ਰਹਾਉ ਆਉਂਦਾ ਹੈ, ਕਈ ਥਾਈਂ 2 ਵਾਰੀ, ਕਈ ਥਾਈਂ 4 ਵਾਰੀ ਵੀ ਆਇਆ।
तो मानो बार बार सतगुरु गाइड करते हैं, सुचेत करते हैं, ठहरो। भाव बाणी नूं लगातार पढ़ी ही ना जाओ, खड़ के विचारो भी, ठहरो। पहला जो पढ़िया उसनूं विचार ना करो, रहाओ भलिया मानसा। तू ये मत समझ कि मेरा पति मेरा परमेश्वर जानदा नहीं, वो सब जानदा है। रहाओ आप सुजान न भुलाई, सच्चा बड़ किरसान। ओ परिपूर्ण परमेश्वर परमात्मा जिहड़ा है वो भुल्लण वाला नहीं, वो सब जानदा है। ਉਸ ਨੂੰ ਇਹ ਵੀ ਪਤਾ ਹੈ ਕਿ ਸਾਡੇ ਹਿਰਦੇ ਦੇ ਵਿੱਚ ਕੀ ਚੱਲ ਰਿਹਾ। ਜਿਵੇਂ ਕਿਸਾਨ ਨੂੰ ਪਤਾ ਹੁੰਦਾ ਹੈ ਕਿ ਮੈਂ ਧਰਤੀ ਵਿੱਚ ਕੀ ਬੀਜਿਆ। ਭਾਵੇਂ ਕਿ ਆਮ ਲੋਕਾਂ ਨੂੰ ਉਦੋਂ ਪਤਾ ਲੱਗਦਾ ਜਦ ਉੱਗਰਦਾ ਹੈ, ਪਰ ਕਿਸਾਨ ਨੂੰ ਪਤਾ ਹੈ ਉਸ ਨੇ ਬੀਜਿਆ। ਇਸੇ ਤਰ੍ਹਾਂ ਇਹ ਜੀਵ ਆਤਮਾ ਨੇ ਆਪਣੇ ਜੀਵਨ ਵਿੱਚ ਕੀ ਬੀਜ ਬੀਜੇ ਆ। ਬਾਬਾ ਜੀ ਕਹਿੰਦੇ ਕਾਤਕ ਕਰਮ ਕਮਾਵਨੇ, ਦੋਸ਼ ਨ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਖਿਨਮੈ ਕੌੜੇ ਹੋਏਗੇ ਜਿਤੜੇ ਮਾਇਆ ਭੋਗ। ਇਸ ਕਰਕੇ ਇਹ ਮਨੁੱਖ ਜਦੋਂ ਜੋ ਬੀਜਦਾ ਉਹ ਉੱਗਰਦਾ ਹੈ। ਪਰਮੇਸ਼ਰ ਰੂਪੀ ਮਾਲਕ ਵੀ ਜਾਣਦਾ ਹੈ ਕਿ ਇਹ ਮਨੁੱਖ ਜਿਹੋ ਜਿਹਾ ਬੀਜਦਾ ਇਹਨੂੰ ਉਹੋ ਜਿਹਾ ਵੱਢਣਾ ਪੈਣਾ। ਕਿਉਂਕਿ ਜੋ ਬੀਜ ਦਿੱਤਾ ਉਹਨੇ ਉੱਗਰਨਾ ਹੈ ਤੇ ਉੱਗਰ ਕੇ ਉਹਨੇ ਫਲ ਵੀ ਦੇਣਾ। ਇਸੇ ਤਰ੍ਹਾਂ ਮਨੁੱਖ ਜਿਹੋ ਜਿਹੇ ਕਰਮ ਕਰਦਾ ਮਾਨੋ ਇਹ ਬੀਜ ਰਿਹਾ ਹੈ। ਤੇ ਆਪਾਂ ਦੇਖਦੇ ਆ ਜਦੋਂ ਮਾੜੇ ਕਰਮ ਕਰਦਾ ਉਹਨਾਂ ਨੂੰ ਬੜਾ ਛਪਾਉਂਦਾ ਹੈ, ਤੇ ਕੋਈ ਚੰਗਾ ਕਰਮ ਕਰ ਲਿਆ, ਕੋਈ ਦਾਨ ਪੁੰਨ ਕਰ ਲਿਆ, ਕੋਈ ਲੰਗਰ ਲਾ ਦਿੱਤਾ, ਕੋਈ ਹੋਰ ਕਿਸੇ ਦੀ ਮਦਦ ਕਰ ਦਿੱਤੀ, ਉਹਦੇ ਬਾਰੇ ਬੜੀਆਂ ਲੌਸਮੈਂਟਾਂ ਕਰਾਉਂਦਾ ਹੈ, ਪੇਪਰ ਛਪਾ ਕੇ ਵੰਡਦਾ ਹੈ ਆਦਿ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਮੈਂ ਇੰਨਾ ਦਾਨ ਪੁੰਨ ਕਰਦਾ। ਉਸੇ ਤਰ੍ਹਾਂ ਹੀ ਜਿਵੇਂ ਧਰਤੀ ਦੇ ਉੱਤੇ ਨੰਗਾ ਪਿਆ ਦਾਣਾ ਜਾਨਵਰ ਖਾ ਜਾਂਦੇ ਆ, ਪਰ ਜਿਹੜਾ ਲੁਕਿਆ ਹੋਇਆ ਦਾਣਾ ਹੁੰਦਾ ਉਹ ਉੱਗਰ ਕੇ ਫਲ ਦਿੰਦਾ ਹੈ। ਤੇ ਮਨੁੱਖ ਜਿਹੜਾ ਹੈ ਮਾੜੇ ਕਰਮਾਂ ਨੂੰ ਲੁਕਾਉਂਦਾ ਹੈ, ਜਿਹੜੇ ਇੱਕ ਦਿਨ ਉੱਗਰ ਕੇ ਫਲ ਦਿੰਦੇ ਹਨ। ਚੰਗੇ ਕਰਮਾਂ ਦਾ ਵਿਖਾਵਾ ਕਰ ਦਿੰਦਾ ਹੈ, ਜਿਹੜੇ ਇੱਥੇ ਹੀ ਖਤਮ ਹੋ ਜਾਂਦੇ ਹੈ। ਦੁਨੀਆ ਦੀ ਵਾਹ ਮਿਲ ਜਾਂਦੀ ਹੈ, ਬਸ ਸਮਾਪਤੀ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਉਹ ਪਰਮੇਸ਼ਰ ਵੱਡਾ ਕਿਰਸਾਨ ਵੀ ਹੈ, ਉਹ ਸਭ ਜਾਣਦਾ, ਉਸ ਤੋਂ ਕੁਝ ਛੁਪਿਆ ਨਹੀਂ। ਤਾਂ ਤੇ ਜੇਕਰ ਉਸ ਮਾਲਕ ਦਾ ਸਾਂਝੀਵਾਲ ਬਣਨਾ ਹੈ, ਜੇ ਉਹਦੇ ਨਾਲ ਮਿਲਣਾ ਹੈ, ਤਾਂ ਪਹਿਲਾਂ ਧਰਤੀ ਸਾਧ ਕੇ, ਪਹਿਲਾਂ ਇਸ ਧਰਤੀ ਨੂੰ ਸਾਫ਼ ਕਰਕੇ, ਸਾਧ ਕੇ ਭਾਵ ਸਾਫ਼ ਕਰਕੇ ਕਿਵੇਂ ਸਾਫ਼ ਕਰਦਾ? ਜਿਵੇਂ ਜ਼ਿਮੀਂਦਾਰ ਕਈ ਵਾਰ ਜ਼ਮੀਨ ਨੂੰ ਵਾਹੁੰਦਾ ਹੈ, ਕਦੇ ਸਿੱਧੀ ਕਦੇ ਪੁੱਠੀ, ਕਦੇ ਉਲਟਾਵੇਂ ਹਲਾਂ ਨਾਲ, ਕਦੇ ਤੋਤੇ ਹਲਾਂ ਨਾਲ ਧਰਤੀ ਨੂੰ ਵਾਹੁੰਦਾ ਹੈ। ਕਦੇ ਸੁਹਾਗਾ ਮਾਰਦਾ, ਫਿਰ ਪਾਣੀ ਲਾਉਂਦਾ ਹੈ, ਫਿਰ ਉਹਦੇ ਵਿੱਚ ਘਾਹ ਫੂਸ ਉੱਗਰ ਆਉਂਦਾ, ਬਚਿਆ ਬੀਜ ਉੱਗਰ ਆਉਂਦਾ, ਉਹਨੂੰ ਫਿਰ ਉਲਟਾ ਕੇ ਵਾਹ ਦਿੰਦਾ, ਉਹ ਫਿਰ ਥੱਲੇ ਨੱਪੇ ਜਾਂਦੇ ਉੱਗਰੇ ਹੋਏ। ਕਿਉਂਕਿ ਜਿਹੜਾ ਇੱਕ ਵਾਰੀ ਉੱਗਰ ਪਿਆ ਉਹ ਦੁਬਾਰਾ ਨਹੀਂ ਉੱਗਰਦਾ। ਇਸ ਤਰ੍ਹਾਂ ਜ਼ਿਮੀਂਦਾਰ ਕੀ ਕਰਦਾ ਕਿ ਚੰਗੀ ਤਰ੍ਹਾਂ ਜ਼ਮੀਨ ਨੂੰ ਸਾਫ਼ ਕਰਦਾ, ਤੇ ਫਿਰ ਵੱਤ ਆਉਂਦੀ ਹੈ, ਤੇ ਵੱਤ ਆਉਣ 'ਤੇ ਉਹਦੇ ਵਿੱਚ ਬੀਜ ਬੀਜਦਾ ਰੁੱਤ ਮੁਤਾਬਕ। ਤੇ ਮਨੁੱਖਾ ਜੀਵਨ ਦੀ ਰੁੱਤ ਹੈ, ਰੁੱਤ ਲੱਗੀ ਸੱਚੈ ਨਾਮ ਕੀ, ਜੋ ਬੀਜੈ ਸੋ ਖਾਏ। ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਧੰਨ ਗੁਰੂ ਸ਼੍ਰੀ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਪਹਿਲਾਂ ਧਰਤੀ ਸਾਧ ਕੇ ਸੱਚ ਨਾਮ ਦੇ ਦਾਨ, ਇਸ ਗੱਲ ਨੂੰ ਸਤਿਗੁਰਾਂ ਨੇ ਕਈ ਢੰਗਾਂ ਨਾਲ ਬਾਣੀ ਵਿੱਚ ਸਮਝਾਉਣਾ ਕੀਤਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ, ਤੋ ਦੁੱਧੇ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ।
ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ ਰਹਾਓ। ਇਸ ਤਰ੍ਹਾਂ ਗੁਰ ਪਿਆਰੋ ਸਤਿਗੁਰ ਉੱਥੇ ਗੱਲ ਕਰਦੇ ਹਨ। ਇੱਕ ਬੀਬੀ ਜੋ ਦੁੱਧ ਰਿੜਕਦੀ ਹੈ, ਅੱਜ ਵਾਲਾ ਰਿੜਕਣਾ ਚੰਗੀ ਤਰ੍ਹਾਂ ਸਾਫ਼ ਕਰਦੀ ਹੈ, ਫਿਰ ਨਵਾਂ ਜਮਾਉਂਦੀ ਹੈ। ਇਸੇ ਤਰ੍ਹਾਂ ਇਹ ਹਿਰਦਾ ਰੂਪੀ ਰਿੜਕਣੇ ਨੂੰ ਸਾਫ਼ ਕਰੋ। ਫਿਰ ਇਹਦੇ ਵਿੱਚ ਦੁਬਾਰਾ ਨਾਮ ਦਾ ਬੀਜ, ਨਾਮ ਦਾ ਦੁੱਧ ਜਮਾਉਣਾ ਕਰੋ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ। ਉਹ ਕਿਰਸਾਨ ਭਾਵ ਪਰਮੇਸ਼ਰ ਜੋ ਸਭ ਕੁਝ ਜਾਣਦਾ ਹੈ, ਉਸ ਤੋਂ ਕੁਝ ਛੁਪਿਆ ਹੋਇਆ ਨਹੀਂ। ਆਪ ਸੁਜਾਨ ਨਾ ਭੁੱਲੇ ਸੱਚਾ ਵੱਡ ਕਿਰਸਾਨ। ਪਹਿਲਾਂ ਧਰਤੀ ਸਾਧਕੈ ਸੱਚ ਨਾਮ ਦੇ ਦਾਨ। ਤਾਂ ਤੇ ਆਪਣੇ ਹਿਰਦੇ ਰੂਪੀ ਧਰਤੀ ਨੂੰ, ਸਰੀਰ ਰੂਪੀ ਧਰਤੀ ਨੂੰ ਚੰਗੀ ਤਰ੍ਹਾਂ ਸ਼ੁੱਧ ਕਰਕੇ, ਸਾਫ਼ ਕਰਕੇ, ਫਿਰ ਇਸ ਦੇ ਵਿੱਚ ਪਰਮੇਸ਼ਰ ਦੇ ਨਾਮ ਦੀ ਦਾਤ ਰੱਖੀ ਜਾਂਦੀ ਹੈ। ਜਿਵੇਂ ਜ਼ਿਮੀਂਦਾਰ ਚੰਗੀ ਤਰ੍ਹਾਂ ਸਾਧ ਕੇ, ਸੁਹਾਗਾ ਮਾਰ ਕੇ, ਪੱਧਰ ਕਰਕੇ, ਕੱਖ ਪਿਆਜੀ ਅੱਕ ਆਦਿ ਪੁੱਟ ਕਰਕੇ ਵਿਕਾਰਾਂ ਨੂੰ ਤਾਂ ਬੀਜਣ ਯੋਗ ਬਣਦੀ ਹੈ। ਇਸੇ ਤਰ੍ਹਾਂ ਹਿਰਦੇ ਵਿੱਚੋਂ ਵਿਕਾਰਾਂ ਨੂੰ ਕੱਢ ਕੇ ਹੀ ਇਹਦੇ ਵਿੱਚ ਨਾਮ ਦਾ ਬੀਜ ਬੀਜਿਆ ਜਾ ਸਕਦਾ। ਇੱਕ ਥਾਂ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਭਲਿਆ ਮਾਨਸਾ, ਮੈਂ ਚਾਹੁੰਦਾ ਸੀ ਤੇਰੇ ਹਿਰਦੇ ਵਿੱਚ ਨਾਮ ਦੀ ਬਖਸ਼ਿਸ਼ ਕਰਾਂ, ਬੀਜ ਰੱਖਾਂ, ਪਰ ਮੈਂ ਰੱਖਾਂ ਕਿੱਥੇ? ਕੋਈ ਖਾਲੀ ਥਾਂ ਹੀ ਨਹੀਂ ਰੱਖਿਆ। ਇਹਦੇ ਵਿੱਚ ਪਹਿਲਾਂ ਹੀ ਵਿਸ਼ੇ ਵਿਕਾਰ, ਮੋਹ ਮਮਤਾ ਬੜੀ ਉਗਰੀ ਹੋਈ ਹੈ। ਮੈਂ ਨਾਮ ਦਾ ਬੀਜ ਕਿੱਥੇ ਬੀਜਾਂ? ਪ੍ਰੀਤਮ ਦਾ ਬਚਨ ਹੈ ਕਿ ਇਸ ਮਨੁੱਖ ਨੇ ਹਿਰਦੇ ਵਿੱਚ ਇੰਨੇ ਰਸ ਭਰੇ ਹੋਏ ਹਨ, ਫਿਰ ਨਾਮ ਦਾ ਰਸ ਕਿੱਥੋਂ ਆਵੇ? ਰਸ ਹੋਏ ਨਾ ਰਸ ਰੂਪਾ ਕਾਮਨ ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਇੰਨੇ ਰਸ ਇਹਨੇ ਆਪਣੇ ਸਰੀਰ ਵਿੱਚ ਸਮਾਨ ਦੇ ਰੱਖੇ ਹੋਏ ਆ, ਭਾਵ ਕਿਧਰੇ ਨਾਮ ਦਾ ਰਸ ਨਹੀਂ ਰੱਖਣ ਜੋਗੀ ਥਾਂ ਬਚੀ। ਕਿਧਰੇ ਸੋਨੇ ਚਾਂਦੀ ਦੀ ਮੋਹ ਮਮਤਾ ਫਸੀ ਹੋਈ ਹੈ, ਕਿਧਰੇ ਬੱਚਿਆਂ ਦੀ ਮੋਹ ਮਮਤਾ, ਕਿਧਰੇ ਕੋਠੀਆਂ ਕਾਰਾਂ ਦੀ ਮੋਹ ਮਮਤਾ, ਸੰਪਣੀ ਦੀ ਮੋਹ ਮਮਤਾ ਜਿਹੜੀ ਹੈ, ਸੰਪਤੀ ਮੇਰੇ ਕੋਲ ਬਹੁਤ ਜ਼ਿਆਦਾ ਆ। ਕਿਧਰੇ ਜੀਵ ਦੇ ਸਵਾਦਾਂ ਦੀ ਮੋਹ ਮਮਤਾ, ਰਸ ਮੀਠਾ ਰਸ ਮਾਸ, ਖਾਣ ਪੀਣ ਦੇ ਸਵਾਦਾਂ 'ਚ ਪਿਆ ਹੋਇਆ ਹੈ। ਏਤੇ ਰਸ ਸਰੀਰ ਕੇ, ਏਤੇ ਰਸਾਂ ਦੇ ਨਾਲ ਸਰੀਰ ਭਰਿਆ ਪਿਆ, ਫਿਰ ਹੁਣ ਨਾਮ ਕਿੱਥੇ ਰੱਖੀਏ? ਤਾਂ ਤੇ ਪਹਿਲਾਂ ਧਰਤੀ ਸਾਧਕੈ, ਪਹਿਲਾਂ ਸਰੀਰ ਨੂੰ ਸਾਫ਼ ਕਰ, ਖਾਲੀ ਕਰ। ਸੱਚ ਨਾਮ ਦੇ ਦਾਨ, ਇਹਦੇ ਵਿੱਚ ਹਰੀ ਦੇ ਨਾਮ ਦਾ ਬੀਜ ਬੀਜਣਾ ਕਰ। ਦਾਨ ਹੁੰਦਾ ਬੀਜਣਾ, ਜਿਵੇਂ ਜ਼ਿਮੀਂਦਾਰ ਧਰਤੀ ਵਿੱਚ ਦਾਣੇ ਪਾਉਂਦਾ ਹੈ, ਫਿਰ ਕੀ ਹੋਵੇਗਾ? ਮੇਰੇ ਪ੍ਰੀਤਮ ਜੀ ਕਹਿੰਦੇ, ਨੌ ਨਿਧ ਉਪਜੈ ਏਕ ਨਾਮ। ਫਿਰ ਇਹਦੇ ਵਿੱਚ ਨਾਮ ਰੂਪੀ ਖਜ਼ਾਨਾ ਪ੍ਰਗਟ ਹੁੰਦਾ ਹੈ। ਕਰਮ ਪਵੈ ਨਿਸ਼ਾਨ, ਚੰਗੇ ਕਰਮ ਕਰਕੇ। ਜੇ ਖੇਤ ਵਿੱਚ ਵਿਕਾਰ ਘਾਹ ਫੂਸ ਹੈ, ਤੇ ਹਿਰਦੇ ਵਿੱਚ ਜਿਹੜੇ ਵਿਕਾਰ ਹਨ, ਇਹਦੇ ਵਿੱਚ ਕਪਟ ਰੂਪੀ ਅੱਖ ਉਗਰਿਆ ਹੈ, ਧੋਖਾ ਰੂਪੀ ਪਿਆਜੀ ਉਗਰੀ ਹੈ, ਦੁੱਖ ਰੂਪੀ ਖੱਬਲ ਦੀਆਂ ਤਿੜਾਂ ਤੇ ਵਿਕਾਰ ਰੂਪੀ ਕੱਖ ਪੁੱਟੇ ਜਾਣ। ਇਹਨਾਂ ਵਿਕਾਰਾਂ ਨੂੰ ਵਿੱਚੋਂ ਕੱਢਿਆ ਜਾਵੇ, ਫਿਰ ਪ੍ਰੇਮ ਰੂਪੀ ਜਲ ਨਾਲ ਇਹਨੂੰ ਸਿੰਚਿਆ ਜਾਵੇ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ ਦੀਜੈ ਪ੍ਰਾਣ ਅਕੋਰ। ਕੋਈ ਪਰਮੇਸ਼ਰ ਦਾ ਪਿਆਰਾ ਮੇਰੇ ਹਿਰਦੇ ਰੂਪੀ ਧਰਤੀ ਨੂੰ ਸਾਫ਼ ਕਰਕੇ ਇਹਦੇ ਵਿੱਚ ਹਰੀ ਦਾ ਨਾਮ ਬੀਜ ਦੇਵੇ, ਮੈਂ ਉਹਨੂੰ ਭੇਟਾ ਦੇਵਾਂਗਾ, ਆਪਣਾ ਜੀਵਨ ਉਹ ਤੋਂ ਵਾਰ ਦਿਆਂਗਾ। ਕੋਈ ਜਨ ਹਰਸਿਓ ਦੇਵੈ ਜੋਰ, ਚਰਨ ਗਾਹੋਂ ਬਕੋਂ ਸਭ ਰਸਨਾ, ਮੈਂ ਉਹਦੇ ਚਰਨੀ ਲੱਗਾਂਗਾ, ਉਹਨੂੰ ਰਸਨਾ ਦੇ ਨਾਲ ਚੰਗਾ ਕਹਾਂਗਾ, ਉਹਦੀ ਸਿਫਤ ਕਹਾਂਗਾ। ਪਾਤਸ਼ਾਹ ਜੀ ਕਹਿੰਦੇ, ਬਕੋਂ ਸ਼ਭ ਰਸਨਾ ਦੀਜੈ ਪ੍ਰਾਣ ਅਕੋਰ। ਮਨ ਤਾਂ ਨਿਰਮਲ ਕਰਤ ਕਿਆਰੋ, ਹਰ ਸਿੰਚੈ ਸੁਧਾ ਸੰਜੋਰ। ਕੋਈ ਮੇਰੇ ਮਨ ਤੇ ਤਨ ਦੀ ਧਰਤੀ ਨੂੰ ਕਿਆਰਿਆਂ ਦੀ ਤਰ੍ਹਾਂ ਪੱਧਰ ਕਰਕੇ ਇਹਦੇ ਵਿੱਚ ਅੰਮ੍ਰਿਤ ਰੂਪੀ ਨਾਮ ਜੇ ਸਿੰਚ ਦੇਵੇ ਕੋਈ, ਤਾਂ ਮੈਂ ਉਹਦਾ ਧੰਨਵਾਦ ਕਰਾਂਗਾ। ਇਸ ਕਰਕੇ ਮੇਰੇ ਪ੍ਰੀਤਮ ਜੀ ਕਹਿੰਦੇ, ਆਓ
ਉਸ ਪਰਮੇਸ਼ਰ ਦੇ ਨਾਮ ਨੂੰ ਬੀਜਣ ਲਈ ਧਰਤੀ ਨੂੰ ਸਾਫ਼ ਕਰੀਏ, ਫਿਰ ਕੀ ਹੋਵੇਗਾ। ਨੌਨ ਦੀ ਉਪਜੈ ਨਾਮ ਏਕ ਕਰਮ ਪਵੈ ਨੀਸਾਨ। ਜਿਸ ਤਰ੍ਹਾਂ ਇੱਕ ਦਾਣਾ ਧਰਤੀ ਦੇ ਵਿੱਚ ਰੱਖਦੇ ਹਾਂ, ਮੰਨ ਲਓ ਕਣਕ ਦਾ ਇੱਕ ਦਾਣਾ ਰੱਖਦੇ ਹਾਂ ਅਤੇ ਉਸ ਦੀ ਛੱਲੀ ਦੇ ਵਿੱਚ 17 ਤੋਂ 20 ਦਾਣੇ 22 ਤਾਣੇ ਹੁੰਦੇ ਹਨ। ਇਸੇ ਤਰ੍ਹਾਂ ਹੀ ਜਦੋਂ ਮਨੁੱਖ ਚੰਗੀ ਤਰ੍ਹਾਂ ਸਫਾਈ ਕਰਕੇ ਗੁਰੂ ਇਹਦੇ ਹਿਰਦੇ ਵਿੱਚ ਸੱਚੇ ਨਾਮ ਦਾ ਬੀਜ ਰੱਖਦਾ ਹੈ, ਫਿਰ ਉਹ ਵੀ ਹਜ਼ਾਰਾਂ ਗੁਣਾ ਹੋ ਕੇ ਫਲਦਾ ਹੈ ਔਰ ਇਹਦੇ ਅੰਦਰ ਬੁੱਧੀ ਰੂਪੀ ਧਰਤੀ ਨੂੰ ਸਾਧਿਆ ਹੋਵੇ, ਨਾਮ ਰੂਪੀ ਬੀਜ ਬੀਜਿਆ ਹੋਵੇ, ਫਿਰ ਬੜਾ ਫਲੀ ਭੂਤ ਹੁੰਦਾ ਹੈ। ਅਤੇ ਜੇ ਆਪਾਂ ਕਣਕ ਬੀਜਣ ਵੇਲੇ ਵੀ ਧਰਤੀ ਵਿੱਚੋਂ ਇਹਨਾਂ ਵਿਕਾਰਾਂ ਨੂੰ, ਭਾਵ ਨਦੀਨ ਨੂੰ, ਘਾਹ ਫੂਸ ਨੂੰ ਨਾ ਪੱਟੀਏ ਅਤੇ ਫਿਰ ਘਾਹ ਫੂਸ ਉੱਤੋਂ ਦੀ ਪੈ ਜਾਂਦਾ, ਫਸਲ ਥੱਲੇ ਨੱਪੀ ਜਾਂਦੀ ਹੈ, ਫਿਰ ਫਸਲ ਵੱਧਦੀ ਨਹੀਂ, ਘਾਹ ਫੂਸ ਦਾ ਜ਼ੋਰ ਪੈ ਜਾਂਦਾ ਹੈ। ਇਸੇ ਤਰ੍ਹਾਂ ਹੀ ਸਾਡੇ ਜੀਵਨ ਦੇ ਵਿੱਚ ਨਾਮ ਦੇ ਉੱਤੇ ਵਿਕਾਰਾਂ ਦਾ ਜ਼ੋਰ ਪਿਆ ਹੋਇਆ। ਜਿੰਨਾ ਚਿਰ ਵਿਕਾਰਾਂ ਨੂੰ ਕੱਢਿਆ ਨਹੀਂ ਜਾਂਦਾ, ਨਾਮ ਦਾ ਖਜ਼ਾਨਾ ਫਲਦਾ ਨਹੀਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਨੌ ਨਿਧ ਉਪਜੈ ਨਾਮ ਏਕ ਕਰਮ ਪਵੈ ਨੀਸਾਨ। ਗੁਰ ਕੋ ਜਾਣ ਨ ਜਾਣਈ ਕਿਆ ਤਿਸ ਚਾਜੀ ਅਚਾਰ। ਜਿਨ੍ਹਾਂ ਨੇ ਗੁਰੂ ਨੂੰ ਪੁੱਛ ਕੇ ਨਾਮ ਦਾ ਬੀਜ ਬੀਜਿਆ, ਗੁਰੂ ਨੇ ਉਹਦੇ ਵਿਕਾਰ ਕੱਢ ਦਿੱਤੇ। ਅਤੇ ਕਈ ਸੰਸਾਰ ਵਿੱਚ ਐਸੇ ਪਖੰਡੀ ਗੁਰੂ ਵੀ ਹੈ ਜਿਨ੍ਹਾਂ ਨੂੰ ਅਕਲ ਨਹੀਂ, ਬਸ ਦੁਨੀਆ ਇਕੱਠੀ ਕਰਨ 'ਤੇ ਲੱਗੇ ਹੋਏ ਆ, ਮੇਰੇ ਮਗਰ ਇੰਨੇ ਲੋਕ ਲੱਗ ਜਾਣ। ਤਾਂ ਉਹਨਾਂ ਲੋਕਾਂ ਦੇ ਬਾਰੇ ਧੰਨ ਗੁਰੂ ਨਾਨਕ ਦੇਵ ਜੀ ਇੱਕ ਬਖਸ਼ਿਸ਼ ਕਰਦੇ ਹਨ ਬਚਨ। ਜਦੋਂ ਇਹ ਗੋਰਖਨਾਥ ਦਾ ਚੇਲਾ ਸ਼ਮੇਰ ਪਰਬਤ 'ਤੇ ਜਾਂਦੇ ਆ, ਧੰਨ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਅਤੇ ਪ੍ਰਸ਼ਨ ਕੀਤਾ, ਬਾਲੇ ਇਹ ਦੱਸ ਬਈ ਸਰੀਰ 'ਚੋਂ ਮਰਦਾ ਕੌਣ ਹੈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਤੇਰੀ ਮਾਂ ਕੁਚੱਜੀ ਆਹੀ, ਬਾਸਣ ਧੋਏ ਨਾ ਦਦ ਜਮਾਹੀ। ਕਹਿੰਦੇ ਤੇਰੀ ਮਾਂ ਕੁਚੱਜੀ ਹੈ, ਜਿਸ ਨੇ ਭਾਂਡਾ ਧੋ ਕੇ ਇਹਦੇ ਵਿੱਚ ਦਹੀਂ ਨਹੀਂ ਪਾਇਆ, ਦੁੱਧ ਨਹੀਂ ਜਮਾਇਆ ਦੁਬਾਰਾ। ਭਾਵ ਤੇਰੀਆਂ ਕੰਨ ਪਾੜ ਕੇ ਮੁੰਦਰਾਂ ਤਾਂ ਪਾ ਦਿੱਤੀਆਂ, ਸਿਰ ਘੋਣ ਮੋਣ ਕਰਤਾ, ਤੈਨੂੰ ਕਹਿਤਾ ਤੂੰ ਜੋਗੀ ਬਣ ਗਿਆ, ਪਰ ਤੈਨੂੰ ਜੁੜਨ ਦਾ ਚੱਜ ਨਹੀਂ ਦੱਸਿਆ, ਤੈਨੂੰ ਜੁੜਨ ਦਾ ਢੰਗ ਨਹੀਂ ਦੱਸਿਆਗਾ। ਪਹਿਲਾਂ ਤੇਰੇ ਅੰਦਰੋਂ ਵਿਕਾਰ ਕੱਢਣੇ ਸੀਗੇ, ਭਾਂਡਾ ਸਾਫ਼ ਕਰਨਾ ਸੀ, ਫਿਰ ਤੇਰੇ ਅੰਦਰ ਨਾਮ ਦਾ ਦਾਣਾ ਰੱਖਣਾ ਸੀ, ਪਰ ਉਹਨੇ ਤਾਂ ਨਾਮ ਦਾ ਬੀਜ ਵੀ ਖਰਾਬ ਕਰਤਾ। ਜੋਗ ਮੱਤ ਨੂੰ ਵੀ ਲਾਜ ਲਾ ਦਿੱਤੀ ਹੈ ਤੁਸੀਂ। ਤੁਹਾਨੂੰ ਜੋਗ ਮੱਤ ਦਾ ਗਿਆਨ ਹੀ ਨਹੀਂ ਕਿ ਜੋਗ ਦਾ ਮਤਲਬ ਕੀ ਹੈ। ਇਸ ਕਰਕੇ ਤੇਰੀ ਮਾਂ ਕੁਚੱਜੀ ਆਹੀ, ਬਾਸਣ ਧੋਏ ਨ ਦਧ ਜਮਾਹੀ। ਇਹ ਧੰਨ ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟ ਵਿੱਚ ਕਿਹਾ। ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ, ਸਿੱਖਾ ਜਦੋਂ ਗੁਰੂ ਨੂੰ ਪੁੱਛ ਕੇ ਤੂੰ ਇਹਦੇ ਵਿੱਚ ਨਾਮ ਨੂੰ ਬੀਜੇਗਾ ਤਾਂ ਨੌ ਨਿਧੀ ਉਪਜੈ ਨਾਮ ਏਕ, ਨਾਮ ਦਾ ਇੱਕ ਬੀਜ ਤੇਰੇ ਅੰਦਰ 9 ਨਿਧੀਆਂ 18 ਸਿੱਧੀਆਂ, ਪਤਾ ਨਹੀਂ ਕੀ ਕੁਝ ਬ੍ਰਹਮ ਗਿਆਨ ਦੇ ਖਜ਼ਾਨੇ ਪੈਦਾ ਕਰ ਸਕਦਾ। ਪਰ ਜਿਹੜੇ ਲੋਕ ਅਗਲੇ ਪਦੇ ਵਿੱਚ ਲਿਖਦੇ ਹਨ, ਜਿਹੜੇ ਲੋਕ ਗੁਰੂ ਤੋਂ ਪੁੱਛੇ ਤੋਂ ਬਗੈਰ ਹੀ ਬਾਹਰੀ ਤੌਰ 'ਤੇ ਸ਼ਿੰਗਾਰ ਕਰ ਲੈਂਦੇ ਆ, ਜਿਵੇਂ ਉਹ ਸਾਧ ਨੂੰ ਗਿਆਨ ਦੇ ਰਹੇ ਨੇ, ਜਿਹੜਾ ਬਾਹਰੀ ਤੌਰ 'ਤੇ ਸਾਧ ਬਾਣਾ ਪਾ ਕੇ ਅਨੇਕਾਂ ਤਰ੍ਹਾਂ ਦੇ ਸ਼ਿੰਗਾਰ ਕਰਕੇ ਸਾਧਾਂ ਵਾਲੇ ਚੰਦਨ ਦੀਆਂ ਖੜਾਵਾਂ, ਚੰਦਨ ਦੇ ਪਊਏ ਔਰ ਗੁਰੂ ਪਿਆਰਿਓ ਸਰੀਰ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਹਾਰ ਸ਼ਿੰਗਾਰ, ਮਾਲਾਵਾਂ ਆਦਿ ਧਾਰਮਿਕ ਚਿੰਨ੍ਹ ਪਹਿਨਦਾ ਹੈ, ਹੱਥ ਵਿੱਚ ਅਨੇਕਾਂ ਤਰ੍ਹਾਂ ਦੇ ਧਾਰਮਿਕ ਸ਼ਸਤਰ ਵੀ ਫਕੜਦਾ ਹੈ, ਪਰ ਅੰਦਰੋਂ ਜੁੜਿਆ ਨਹੀਂ। ਉਹਨਾਂ ਨੂੰ ਲੋਕ ਕਹਿੰਦੇ ਆ ਇਹਨਾਂ ਲੋਕਾਂ ਨੇ ਗੁਰੂ ਨੂੰ ਪੁੱਛਿਆ ਹੀ ਨਹੀਂ। ਉਹਨਾਂ ਦਾ ਜੀਵਨ ਕਿਵੇਂ ਬਦਲ ਸਕਦਾ? ਗੁਰ ਕੋ ਜਾਣ ਨਾ ਜਾਣੇ ਕਿਆ ਤੇ ਚੱਜ ਅਚਾਰ। ਉਹਨਾਂ ਦੇ ਬਾਰੇ ਕਿਆ ਗੱਲ ਕਰੀਏ ਜਿਨ੍ਹਾਂ ਨੂੰ ਗੁਰੂ ਪਿਆਰਿਓ ਇਹ ਅਕਲ ਹੀ ਨਹੀਂ ਹੈ ਕਿ ਧਰਮ ਹੁੰਦਾ ਕੀ ਹੈ, ਧਰਮ ਦੀ
ਭਾਸ਼ਾ ਕੀ ਹੈ, ਧਰਮ ਦੀ ਡੈਫੀਨੇਸ਼ਨ ਕੀ ਹੈ, ਜਿਨ੍ਹਾਂ ਨੇ ਜਾਣਿਆ ਹੀ ਨਹੀਂ, ਗੁਰੂ ਨੂੰ ਪੁੱਛਿਆ ਹੀ ਨਹੀਂ, ਉਹਨਾਂ ਨੂੰ ਕੀ ਅਕਲ ਹੈ। ਉਹਨਾਂ ਨੇ ਕੇਵਲ ਬਾਹਰੀ ਤੌਰ 'ਤੇ ਧਾਰਮਿਕ ਚਿੰਨ੍ਹ ਬਾਹਰੋਂ ਖਰੀਦ ਕੇ ਪਹਿਨ ਲਏ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ, ਗੁਰੂ ਪਿਆਰਿਓ, ਪੰਡਤ ਨੂੰ ਕਹਿੰਦੇ ਹਨ ਜਨੇਊ ਪਾਉਣ ਵੇਲੇ ਕਿ ਮੈਂ ਇਹ ਜਨੇਊ ਨਹੀਂ ਪਾਉਣਾਗਾ। ਕਹਿੰਦੇ ਹੋਰ ਕਿਹੜਾ ਜਨੇਊ ਪਾਉਣਾ ਹੈ? ਕਹਿਣ ਲੱਗੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਤ। ਪੰਡਤ ਹਰਦਿਆਲ ਕਹਿਣ ਲੱਗਿਆ ਉਹ ਕਿਹੜਾ ਜਨੇਊ ਹੈ? ਪਾਤਸ਼ਾਹ ਕਹਿੰਦੇ ਉਹ ਜਨੇਊ ਹੈ ਕਿ ਸਾਡੇ ਅੰਦਰ ਚੰਗੇ ਗੁਣਾਂ ਨੂੰ ਪ੍ਰਵੇਸ਼ ਕਰਾਓ। ਜਿਨ੍ਹਾਂ ਨੂੰ ਤੁਸੀਂ ਆਪਣੇ ਜਜਮਾਨ ਮੰਨਦੇ ਹੋ, ਚੇਲੇ ਮੰਨਦੇ ਹੋ, ਕੀ ਤੁਸੀਂ ਉਹਨਾਂ ਅੰਦਰ ਦਇਆ ਪੈਦਾ ਕੀਤੀ, ਧਰਮ ਪੈਦਾ ਕੀਤਾ? ਦਇਆ ਦੀ ਕਪਾਹ ਸੰਤੋਖ ਦਾ ਸੂਤ ਹੋਵੇ, ਜੱਤ ਸਾਦੀਆਂ ਗੰਢਾਂ ਦਿੱਤੀਆਂ ਹੋਣ, ਐਸਾ ਜਨੇਊ ਹੋਵੇ। ਆ ਤੁਸੀਂ 2 ਕੌਡੀਆਂ ਦਾ ਧਾਗਾ ਮੁੱਲ ਲੈ ਕੇ ਆਪਣੇ ਜਜਮਾਨ ਦੇ ਬੱਚੇ ਦੇ ਗਲ ਵਿੱਚ ਪਾ ਦਿੱਤਾ ਤੇ ਕਹਿ ਦਿੱਤਾ ਇਹ ਹੁਣ ਧਰਮੀ ਹੋ ਗਿਆ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਦਾਂ ਧਰਮੀ ਨਹੀਂ ਹੋ ਸਕਦਾਗਾ। ਇੱਕ ਪਾਸੇ ਧਰਮ ਦਾ ਕੰਮ ਕੀਤਾ ਜਾ ਰਿਹਾ, ਧਾਰਮਿਕ ਚਿੰਨ੍ਹ ਪਹਿਨਾਇਆ ਜਾ ਰਿਹਾ, ਦੂਜੇ ਪਾਸੇ ਸੈਂਕੜੇ ਬੱਕਰੀਆਂ ਨੂੰ ਵੱਢ ਕਰਕੇ ਉਹਨਾਂ ਦਾ ਮਾਸ ਬਣਾਇਆ ਜਾ ਰਿਹਾ। ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ। ਇਉਂ ਬੰਦਾ ਧਰਮੀ ਨਹੀਂ ਹੋ ਜਾਂਦਾ ਜਿੰਨਾ ਚਿਰ ਇਹਦੇ ਵਿੱਚੋਂ ਇਹ ਵਿਕਾਰ ਨਹੀਂ ਨਿਕਲ ਜਾਂਦਾ। ਲੱਖ ਚੋਰੀਆਂ, ਲੱਖ ਜਾਰੀਆਂ, ਲੱਖ ਕੂੜੀਆਂ, ਲੱਖ ਗਾਲ, ਲੱਖ ਠੱਗੀਆਂ ਪਹਿਨਾਮੀਆਂ, ਰਾਤ ਦਿਨ ਜੀ ਨਾਲ ਤੱਗ ਕਪਾਹੋਂ ਕੱਤੀਐ, ਬਾਵਣ ਵੱਟੈ ਆਏ, ਕੋਹੇ ਬੱਕਰਾ ਰਿਨ ਖਾਇਆ ਸਭ ਕੋ ਆਖੈ ਪਾਏ। ਬਾਬਾ ਜੀ ਕਹਿੰਦੇ ਕੱਲ੍ਹ ਨੂੰ ਪੁਰਾਣਾ ਹੋ ਜੂ। ਫੇਰ ਕਹਿੰਦੇ ਹੋਏ ਪੁਰਾਣਾ ਸੁੱਟੀਆ ਭੀ ਫਿਰ ਪਾਈਆ ਹੋਰ, ਕਹਿੰਦੇ ਫਿਰ ਹੋਰ ਲੈ ਕੇ ਪਾ ਲਿਓ। ਬਾਬਾ ਜੀ ਕਹਿੰਦੇ ਇਹੋ ਜਿਹਾ ਜਨੇਊ ਮੈਂ ਨਹੀਂ ਪਾਉਣਾਗਾ। ਨਾਨਕ ਤੱਗ ਨਾ ਟੁੱਟੀ ਜੇ ਤੱਕ ਹੋਵੇ ਜ਼ੋਰ, ਇਹੋ ਜਿਹਾ ਜਨੇਊ ਹੋਵੇ ਜਿਹੜਾ ਟੁੱਟੇ ਨਾ, ਮੈਂ ਉਹ ਜਨੇਊ ਪਾਉਣਾ ਹੈ। ਕਹਿੰਦੇ 2 ਕੌਡੀਆਂ ਦਾ ਮੁੱਲ ਲੈ ਕਰਕੇ ਧਾਗਾ ਪਾ ਦਿੱਤਾ, ਮੁੱਲ ਲੈ ਕੇ। ਇਸ ਦੇ ਨਾਲ ਗੱਲ ਨਹੀਂ ਬਣਨੀ। ਗੁਰੂ ਨੂੰ ਪੁੱਛੋ ਗੁਰ ਕੋ ਜਾਣ ਨ ਜਾਣਈ, ਕਿਆ ਤਿਸ ਚਾਜੀ ਆਚਾਰ। ਗੁਰੂ ਨੂੰ ਪੁੱਛੋ ਧਰਮ ਦਾ ਆਚਾਰ ਕੀ ਹੈ, ਧਰਮ ਦਾ ਜੀਵਨ ਕੀ ਹੈ। ਇਸ ਕਰਕੇ ਜਿੰਨਾ ਚਿਰ ਮਨੁੱਖ ਗੁਰੂ ਵਾਲਾ ਨਹੀਂ ਬਣਦਾ, ਗੁਰੂ ਨੂੰ ਪੁੱਛਦਾ ਨਹੀਂ, ਓਨਾ ਚਿਰ ਉਹਦੇ ਜੀਵਨ ਦੇ ਵਿੱਚ ਬਦਲਾਅ ਕਿਵੇਂ ਆ ਸਕਦਾ ਹੈ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ ਪੂਰੇ ਗੁਰੂ ਨੂੰ, ਬ੍ਰਹਮ ਸਰੂਪ ਗੁਰੂ ਨੂੰ ਜਾਣਨਾ ਕਰੋ ਔਰ ਉਸ ਨੂੰ ਪੁੱਛਣਾ ਕਰੋ। ਫਿਰ ਤੁਹਾਨੂੰ ਪਤਾ ਲੱਗੂ ਕਿ ਗੁਰਮੰਤਰ ਕੀ ਹੈ ਤੇ ਧਰਮੀ ਹੋਣਾ ਕੀ ਚੀਜ਼ ਹੈ। ਸਤਿਗੁਰੂ ਪਾਤਸ਼ਾਹ ਜੀ ਉੱਥੇ ਬ੍ਰਾਹਮਣ ਨੂੰ ਵੀ ਇਹੀ ਗੱਲ ਕਹਿੰਦੇ ਹਨ। ਅਖੀਰ ਉਹ ਕਹਿਣ ਲੱਗਿਆ ਫਿਰ ਕੈਸਾ ਜਨੇਊ ਹੋਵੇ, ਤੁਸੀਂ ਦਿਓ ਸਾਨੂੰ ਜਨੇਊ। ਉਹ ਕੈਸਾ ਜਨੇਊ ਹੈ ਜਿਹੜਾ ਸਾਨੂੰ ਪਾਉਣਾ ਚਾਹੀਏ। ਪਾਤਸ਼ਾਹ ਕਹਿੰਦੇ ਤੱਗ ਨਾ ਪੈਰੀ, ਤੱਗ ਨਾ ਹੱਥੀ, ਤੱਗ ਨਾ ਜੇਵਾ, ਤੱਗ ਨਾ ਅੱਖੀ। ਤੱਗ ਦਾ ਮਤਲਬ ਕੰਟਰੋਲ। ਸੋਡੀ ਬੋਲੀ 'ਚ ਮੈਂ ਕਹਿ ਦੇਵਾਂ ਬ੍ਰੇਕ। ਜੇ ਗੱਡੀ ਦੇ ਬ੍ਰੇਕ ਨਾ ਹੋਣ ਤਾਂ ਉਹਨੂੰ ਕੋਈ ਨਹੀਂ ਚਲਾਉਂਦਾਗਾ, ਕਿਉਂ? ਪਤਾ ਚੱਲ ਪਈ ਤੇ ਇਹਨੇ ਕੰਟਰੋਲ ਨਹੀਂ ਹੋਣਾਗਾ। ਇਸੇ ਤਰ੍ਹਾਂ ਧਰਮ ਦੇ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਕੰਟਰੋਲ ਚਾਹੀਦਾ, ਬ੍ਰੇਕ ਚਾਹੀਦੇ ਆ, ਤੱਗ ਚਾਹੀਦੇ ਆ, ਭਾਵ ਕੁਝ ਰਹਿਤਾਂ ਚਾਹੀਦੀਆਂ। ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਸੋ ਸਹਿਮੈ ਤਿਸਕਾ ਚੇਰਾ। ਸਤਿਗੁਰਾਂ ਨੇ ਮਰਜ਼ਾਦਾ ਬਣਾਈ ਆ। ਮਰਜ਼ਾਦਾ ਤੋਂ ਬਗੈਰ ਧਰਮੀ ਨਹੀਂ ਹੋ ਸਕਦਾ ਮਨੁੱਖ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਤੱਗ ਨਾ ਪੈਰੀ, ਤੱਗ ਨਾ ਹੱਥੀ, ਨਾ ਪੈਰਾਂ 'ਤੇ ਕੰਟਰੋਲ, ਨਾ ਹੱਥਾਂ 'ਤੇ ਕੰਟਰੋਲ। ਤੱਗ ਨਾ ਜੇਵਾ, ਤੱਗ ਨਾ ਅੱਖੀ, ਨਾ ਜੀਭ 'ਤੇ ਕੰਟਰੋਲ। ਸਵਾਦਾਂ 'ਚ ਫਸਿਆ, ਨਾ ਅੱਖਾਂ 'ਤੇ ਕੰਟਰੋਲ। ਚੰਗਾ ਮਾੜਾ ਦੇਖਦਾ, ਗਲਤ ਸੋਚ ਪੈਦਾ ਕਰਦਾ। ਤੱਗ ਨਾ ਜੇਵਾ, ਤੱਗ ਨਾ ਅੱਖੀ। ਬੇਤੱਗਾ, ਆਪ ਦਾ ਕੰਟਰੋਲ ਨਹੀਂ, ਦੂਜਿਆਂ 'ਤੇ ਧਾਰਮਿਕ ਚਿੰਨ੍ਹ ਪਹਿਨਾਉਂਦਾ ਹੈ, ਦੂਜਿਆਂ ਨੂੰ ਧਰਮੀ ਬਣਾਉਂਦਾ ਹੈ। ਬੇਤੱਗਾ
खुद धर्मी नहीं है, दूजिਆਂ ਨੂੰ ਧਰਮੀ ਹੋਣ ਦੀ ਸਿੱਖਿਆ ਦਿੰਦਾ। ਵੇ ਤੱਗਾ ਆਪੇ ਵੱਤੈ ਵਟ ਧਾਗੈ, ਅਵਰਾਂ ਘੱਤੈ ਲੈ ਪਹਾੜ ਕਰੇ ਵਿਆਹੋ, ਕੱਢ ਕਾਗਲ ਦੱਸੈ ਰਾਹੋ। ਪੱਤਰੀ ਖੋਲ ਕੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੀਆਂ ਭਵਿੱਖ ਦੀਆਂ ਗੱਲਾਂ ਦੱਸਦਾ, ਪਰ ਖੁਦ ਨੂੰ ਇਹ ਨਹੀਂ ਪਤਾ ਕਿ 2 ਮਿੰਟਾਂ ਬਾਅਦ ਮੇਰੇ ਨਾਲ ਕੀ ਹੋਣ ਵਾਲਾ। ਕੱਢ ਕਾਗਲ ਦੱਸੈ ਰਾਹੋ, ਸੁਣ ਵੇਖੋ ਲੋਕਾ, ਇਹੋ ਵਿਡਾਨ ਮਨ ਅੰਧਾ ਨਾਉ ਸਜਾਨ ਪੌੜੀ। ਸਹਿਬ ਹੋਏ ਦਿਆਲ ਕਿਰਪਾ ਕਰੇ, ਜੇ ਗੁਰੂ ਕਿਰਪਾ ਕਰੇ, ਦਇਆ ਕਰੇ ਤੇ ਨਾਮ ਦੀ ਦਾਤ ਬਖਸ਼ੇ। ਇਹਦਾ ਗਿਆਨ ਦੇ ਕੇ ਕਿਸੇ ਨੂੰ ਧਰਮੀ ਬਣਾਇਆ ਜਾ ਸਕਦਾ ਹੈ। ਨਹੀਂ ਤਾਂ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ। 5 ਜਣਾ ਸਿਓ ਸੰਗ ਨਾ ਛੁਟਕੋ, ਅਰ ਕੇ ਅਹੰਬਦ ਬਾਧੇ ਪਿਆਰੇ। ਇਨ ਬਿਦ ਮਿਲ ਨ ਜਾਈ, ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ। ਜਿੰਨਾ ਚਿਰ ਵਿਵੇਕ ਗਿਆਨ ਨਹੀਂ ਹੈ, ਉਹਨਾਂ ਚਿਰ ਬੰਦਾ ਧਰਮੀ ਨਹੀਂ ਹੋ ਸਕਦਾ। ਗੁਰੂ ਨੂੰ ਪੁੱਛਣਾ ਗਿਆਨ ਲੈਣਾ ਹੀ ਹੈ। ਗੁਰ ਕੋ ਜਾਣ ਨ ਜਾਣਈ, ਕਿਆ ਤਿਸ ਚਾਜੀ ਅਚਾਰ। ਅੰਧ ਲੈ ਨਾਮ ਵਿਸਾਰਿਆ, ਮਨਮੁਖ ਅੰਧ ਗੁਬਾਰ। ਇਸ ਤਰ੍ਹਾਂ ਅਗਿਆਨੀ ਨੇ, ਮਨਮੁਖ ਨੇ ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ, ਭੁਲਾ ਕੇ ਅਗਿਆਨਤਾ ਦੇ ਗਾੜੇ ਹਨੇਰੇ ਵਿੱਚ ਭਟਕਣਾ ਕੀਤਾ। ਜਿਵੇਂ ਕੋਈ ਹਨੇਰੇ ਵਿੱਚ ਭਟਕ ਜਾਂਦਾ, ਇਸੇ ਤਰ੍ਹਾਂ ਬੰਦਾ ਵੀ ਮੋਹ ਮਾਇਆ ਮਮਤਾ ਦੇ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਚੁੱਕਿਆ ਹੈ, ਪਰਮੇਸ਼ਰ ਨੂੰ ਭੁੱਲ ਚੁੱਕਿਆ ਹੈ। ਅਸਲੀ ਅੰਨਾ ਹੀ ਇਹ ਹੈ। ਬਾਣੀ ਕਹਿੰਦੀ, ਅੰਧੇ ਇਹ ਨਾ ਆਖੀਐ, ਜਿਨ ਮੁਖ ਲੋਇਨ ਨਾਹੇ। ਅੰਧੇ ਸੇਈ ਨਾਨਕਾ, ਜੇ ਖਸਮੋਂ ਘੁੱਥੇ ਜਾਹੇ। ਅੰਨੇ ਉਹ ਆ ਜਿਹੜੇ ਮਾਲਕ ਤੋਂ ਵਿਛੜ ਕੇ ਜੀਵਨ ਬਤੀਤ ਕਰਦੇ ਆ ਅਤੇ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਅਸਲੀ ਅੰਨੇ ਉਹ ਹਨ। ਅੰਧਲੇ ਨਾਮ ਵਿਸਾਰਿਆ, ਮਨਮੁਖ ਅੰਧ ਗੁਬਾਰ। ਅਗਿਆਨਤਾ ਦੇ ਹਨੇਰੇ ਵਿੱਚ ਭਟਕ ਕਰਕੇ ਆਪਣਾ ਜੀਵਨ ਬਰਬਾਦ ਕਰ ਲਿਆ। ਆਵਣ ਜਾਣ ਨ ਚੁਕਾਈ, ਮਰ ਜਨਮੈ ਹੋਏ ਖੁਆਰ। ਉਹਨਾਂ ਦਾ ਜੰਮਣਾ ਮਰਨਾ ਕਦੇ ਵੀ ਮੁੱਕਦਾ ਨਹੀਂ। ਜੰਮਦੇ ਰਹਿੰਦੇ ਆ, ਮਰਦੇ ਰਹਿੰਦੇ ਆ, ਖੁਆਰ ਦੁਖੀ ਹੁੰਦੇ ਰਹਿੰਦੇ ਆ। ਉਹਨਾਂ ਦਾ ਆਉਣਾ ਜਾਣਾ ਕਦੇ ਖਤਮ ਨਹੀਂ ਹੁੰਦਾ ਦੁਨੀਆ 'ਚੋਂ। ਵਾਰ-ਵਾਰ ਜੰਮਦੇ ਮਰਦੇ ਰਹਿੰਦੇ ਆ। ਜਿਵੇਂ ਇੱਕ ਮਨੁੱਖ ਸਿਰੋਂ ਗੰਜਾ, ਅੱਖਾਂ ਤੋਂ ਅੰਨਾ, ਗੁਰੂ ਪਿਆਰੋ ਕਿਲੇ ਦੇ ਵਿੱਚ ਫਸ ਗਿਆ। ਹੁਣ ਕਿਲੇ ਦੇ ਵਿੱਚੋਂ ਬਾਹਰ ਨਿਕਲਣਾ ਹੈ। 84 ਲੱਖ ਜੂਨਾਂ ਦੇ ਕਿਲੇ 'ਚ ਆਪਾਂ ਫਸੇ ਹੋਏ ਆ, ਦਿਸਦਾ ਨਹੀਂ ਹੈ। ਇਸ ਕਰਕੇ ਉਸ ਨੇ ਕੀ ਕੀਤਾ ਹੈ, ਕਿਸੇ ਦਿਸਣ ਵਾਲੇ ਨੂੰ ਪੁੱਛਿਆ ਕਿ ਜਦ ਮੈਂ ਕਿਲੇ 'ਚੋਂ ਇਸ ਬੰਧਨ 'ਚੋਂ ਕਿਵੇਂ ਨਿਕਲਾਂ। ਉਹ ਕਹਿਣ ਲੱਗਿਆ, ਉਹ ਗੇਟ ਖੁੱਲ੍ਹਾ ਇੱਕ, ਉੱਥੋਂ ਦੀ ਨਿਕਲ ਜਾ। ਕਹਿੰਦੇ ਮੈਨੂੰ ਦਿਸਦਾ ਨਹੀਂ ਹੈ। 84 ਗੇਟ ਬੰਦ ਹੈ, ਇੱਕੋ ਗੇਟ ਖੁੱਲ੍ਹਾ ਹੈ ਮਨੁੱਖਾ ਜਨਮ ਦਾ। ਕਿਲੇ ਦਾ ਇੱਕੋ ਗੇਟ ਖੁੱਲ੍ਹਾ, ਕਹਿੰਦੇ ਉੱਥੋਂ ਦੀ ਨਿਕਲ ਜਾ। ਕਹਿੰਦਾ ਮੈਨੂੰ ਦਿਸਦਾ ਨਹੀਂ। ਕਹਿੰਦੇ ਐਂ ਕਰ, ਕੰਧ ਨੂੰ ਹੱਥ ਲਾ ਲੈ। ਰੋਲਾ ਟੁੰਡਾ ਅੰਧਲਾ, ਟੁੰਡਾ ਵੀ ਹੈ, ਗੰਜਾ ਵੀ ਹੈ, ਇੱਕ ਹੱਥ ਹੈ ਤੇ ਅੱਖਾਂ ਤੋਂ ਅੰਨਾ ਵੀ ਹੈ। ਰੋਲਾ ਟੁੰਡਾ ਅੰਧਲਾ, ਕਿਆਂਗੋ ਲੱਗੈ ਧਾਏ। ਕਿਵੇਂ ਮਾਲਕ ਨੂੰ ਪ੍ਰਾਪਤ ਹੋਵੇ। ਨਾ ਗਲਵੱਕੜੀ ਪਾਉਣ ਨੂੰ ਬਾਹਾਂ ਹਨ, ਨਾ ਦਿਸਦਾ ਹੈ। ਰੋਲਾ ਭਾਵ ਅਗਿਆਨਤਾ ਹੈ, ਮੂਰਖ ਹੈ, ਸਮਝ ਨਹੀਂ ਆਉਂਦੀ ਇਸ ਨੂੰ ਕੀ ਕਰੇ। ਹੁਣ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਉਹ ਮਨੁੱਖ ਕਹਿਣ ਲੱਗਿਆ, ਐਦਾਂ ਹੱਥ ਲਾ ਲਾ ਕੰਧ ਨਾਲ, ਜਦੋਂ ਗੇਟ ਖੁੱਲ੍ਹਾ ਆ ਗਿਆ ਉੱਥੋਂ ਦੀ ਲੰਘ ਜਾਈ। ਕਹਿਣ ਲੱਗਿਆ ਠੀਕ ਆ। ਕੰਧ ਨੂੰ ਹੱਥ ਲਾ ਕੇ ਟੱਪਣ ਲੱਗਿਆ, ਟੋਂਦਾ ਗਿਆ ਟੋਂਦਾ ਗਿਆ। ਕਹਿੰਦੇ ਜਦੋਂ ਗੇਟ ਖੁੱਲ੍ਹਾ ਆਇਆ, ਕੁਦਰਤੀ ਸਿਰ ਵਿੱਚ ਖੁਰਕ ਹੋਣ ਲੱਗ ਪਈ। ਜਦ ਸਿਰ ਵਿੱਚ ਖੁਰਕ ਹੋਣ ਲੱਗ ਪਈ ਤੇ ਦਿਮਾਗ ਨੂੰ ਵਰਤਿਆ ਨਹੀਂ, ਰੁਕ ਜਾਂਦਾ, ਰੁਕ ਕੇ ਖੁਰਕ ਕਰ ਲੈਂਦਾ, ਪਰ ਤੁਰਦਾ ਰਿਹਾ। ਹੱਥ ਚੱਕਿਆ ਗਿਆ, ਟੋਣਾ ਬੰਦ ਕਰ ਦਿੱਤਾ। ਉੱਥੇ ਖੁੱਲ੍ਹਾ ਗੇਟ ਸੀਗਾ, ਜਿੱਥੇ ਉੱਥੋਂ ਖੁਰਕਦਾ ਹੋਇਆ ਟੱਪ ਗਿਆ ਤੇ ਗਾਂਹ ਜਾ ਕੇ ਫਿਰ ਕੰਧ ਆ ਗਈ। ਇਸੇ ਤਰ੍ਹਾਂ ਇਹ ਮਨੁੱਖ
ਜਦੋਂ ਇਹਨੂੰ ਮਨੁੱਖਾ ਜਨਮ ਦਾ ਖੁੱਲ੍ਹਾ ਗੇਟ ਮਿਲਦਾ ਉਦੋਂ ਇਹ ਮਾਇਆ ਦੀ ਖੁਰਕ ਹੋ ਜਾਂਦੀ ਹੈ। ਇਸ ਦੇ ਮੋਹ ਮਾਇਆ ਮਮਤਾ ਵਿੱਚ ਫਸ ਕੇ ਲੰਘ ਜਾਂਦਾ ਤੇ ਮੁੜ ਕੇ ਫੇਰ ਬੰਦ ਗੇਟ ਆ ਜਾਂਦੇ ਆ 84 ਲੱਖ ਜੂਨਾਂ ਦੇ। ਫਿਰ ਇਹਦਾ ਭਟਕਣਾ ਸ਼ੁਰੂ ਹੋ ਜਾਂਦਾ। ਮੇਰੇ ਪ੍ਰੀਤਮ ਜੀ ਕਹਿੰਦੇ ਅੰਧ ਲੈ ਨਾਮ ਵਿਸਾਰਿਆ ਮਨਮੁਖ ਅੰਧ ਗੁਬਾਰ ਆਵਣ ਜਾਣ ਨ ਚੁੱਕਈ। ਇਹਦਾ ਫਿਰ ਆਉਣਾ ਜਾਣਾ ਕਦੇ ਵੀ ਮੁੱਕਦਾ ਨਹੀਂ, ਜਿਵੇਂ ਉਸ ਦਾ ਦੁਬਾਰੇ ਫਿਰ ਚੱਕਰ ਹੋ ਗਿਆ ਕਿਲੇ ਵਾਲੇ ਦਾ। ਮਰ ਜਨਮੈ ਹੋਏ ਖੁਆਰ। ਅੱਗੇ ਪ੍ਰੀਤਮ ਬਖਸ਼ਿਸ਼ ਕਰਦੇ ਹਨ ਆਪਣੀ ਬਾਣੀ ਦੇ ਵਿੱਚ, ਜੈਸੇ ਹਰ ਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਣੀ ਹੋਰ ਫੇਰ ਭਰੀਅਤ ਹੈ। ਜਿਵੇਂ ਖੂਹ ਦੀ ਟਿੰਡਾਂ ਦੀ ਮਾਲਾ ਉਹ ਧਰਤੀ ਵਿੱਚ ਜਾਂਦੀ ਹੈ ਘੁੰਮਦੀ ਹੋਈ, ਥੱਲਿਓਂ ਪਾਣੀ ਚੱਕਦੀ ਹੈ, ਉਹ ਪਾਣੀ ਡੋਲ ਕੇ ਫਿਰ ਖਾਲੀ ਹੋ ਜਾਂਦੀ ਹੈ, ਫਿਰ ਥੱਲੇ ਜਾਂਦੀ ਹੈ। ਬਸ ਇਹੀ ਹਾਲ ਮਨੁੱਖ ਦਾ। ਭਰਨ ਪੋਖਣ ਸੰਗ ਔਧ ਬਿਹਾਣੀ ਜੈ ਜਗਦੀਸ਼ ਕੀ ਗਤ ਨਹੀਂ ਜਾਣੀ। ਬਸ ਇਕੱਠਾ ਕਰ ਲਿਆ, ਖਵਾ ਦਿੱਤਾ, ਜਵਾਕਾਂ ਨੂੰ ਪਾਲ ਲਿਆ, ਜੇ ਕਰ ਲਿਆ ਉਹ ਕਰ ਲਿਆ, ਭੱਜ ਦੌੜ ਕਰ ਲਈ, ਬਸ ਇਸੇ ਕੰਮ 'ਚ ਲੱਗਿਆ ਰਹਿੰਦਾ, ਨਾਮ ਦੇ ਦਾਤ ਨੂੰ ਇਕੱਠਾ ਨਹੀਂ ਕਰਦਾ। ਮੇਰੇ ਪ੍ਰੀਤਮ ਜੀ ਕਹਿੰਦੇ ਹਨ ਆਵਣ ਜਾਣ ਨ ਚੋਕਈ ਮਰ ਜਨਮੈ ਹੋਏ ਖੁਆਰ। ਚੰਦਨ ਮੋਲ ਅਨਾਇਆ ਕੁੰਗੂ ਮੰਗ ਸੰਧੂਰ। ਜਿਸ ਤਰ੍ਹਾਂ ਉਹ ਪਖੰਡੀ ਸਾਧ ਨੇ ਸੈਂਟ ਛਿੜਕਿਆ ਹੋਇਆ ਸੀ, ਚੰਦਨ ਦੇ ਟਿੱਕੇ ਲਾਏ ਹੋਏ ਸਨ, ਗਲ ਵਿੱਚ ਅਨੇਕਾਂ ਤਰ੍ਹਾਂ ਦੀਆਂ ਹਾਰ ਮਾਲਾਵਾਂ ਪਾਈਆਂ ਹੋਈਆਂ ਸਨ, ਔਰ ਗੁਰੂ ਪਿਆਰਿਓ ਪੈਰਾਂ ਦੇ ਵਿੱਚ ਚੰਦਨ ਦੇ ਬਣਾ ਕੇ ਖੜਾਵਾਂ ਪਾਈਆਂ ਹੋਈਆਂ ਸਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਮਨੁੱਖ ਨੇ ਦੇਖੋ ਚੰਦਨ ਮੁੱਲ ਮੰਗਵਾ ਲਿਆ, ਕੁੰਗੂ ਸੈਂਟ ਆਦਿ ਛਿੜਕ ਲਿਆ, ਸੰਧੂਰ ਮਾਂਗ ਵਿੱਚ ਪਾ ਲਿਆ। ਇਸਤਰੀ ਦੀ ਗੱਲ ਕਰਦੇ ਆ, ਜਿਵੇਂ ਕੋਈ ਇਸਤਰੀ ਨੇ ਚੰਦਨ ਮੁੱਲ ਲਿਆਂਦਾ ਹੋਵੇ, ਕਿਉਂਕਿ ਉਦੋਂ ਸੈਂਟ ਜਿਹੜਾ ਘੜੇ ਹੀ ਰਗੜ ਕੇ ਬਣਾਇਆ ਜਾਂਦਾ ਸੀ, ਹੁਣ ਫੈਕਟਰੀਆਂ ਬਣਾਉਂਦੀਆਂ। ਕੁੰਗੂ ਕੇਸਰ ਚੰਦਨ ਮਿਲਾ ਕੇ ਸੈਂਟ ਬਣਦਾ ਸੀ। ਕੁੰਗੂ ਕੇਸਰ ਰਗੜ ਕਰਕੇ ਸੰਧੂਰ ਵਿੱਚ ਮਿਲਾ ਕੇ ਚੀਰਨੀ ਵਿੱਚ ਸਿਰ ਵਿੱਚ ਪਾਇਆ ਜਾਂਦਾ। ਹਿੰਦੂ ਔਰਤਾਂ ਮਾਂਗ ਵਿੱਚ ਸੰਧੂਰ ਪਾਉਂਦੀਆਂ, ਇਹਨੂੰ ਸੁਹਾਗ ਦੀ ਨਿਸ਼ਾਨੀ ਮੰਨਦੇ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਸ ਮਨੁੱਖ ਨੇ ਵੀ ਸਾਰੇ ਧਾਰਮਿਕ ਚਿੰਨ੍ਹ ਪਹਿਨ ਲਏ। ਜਿਵੇਂ ਕੋਈ ਇਸਤਰੀ ਨੇ ਇਹ ਸਾਰਾ ਸ਼ਿੰਗਾਰ ਦਾ ਸਮਾਨ ਤਾਂ ਲੈ ਲਿਆ, ਕੇਸ ਦੀਆਂ ਪੱਟੀਆਂ ਵੀ ਬਾਹ ਲਈਆਂ, ਚੀਰ ਵੀ ਕੱਢ ਲਿਆ, ਵਿੱਚ ਸੰਧੂਰ ਵੀ ਪਾ ਲਿਆ, ਸਰੀਰ 'ਚੋਂ ਮਹਿਕਾਂ ਆਉਣ ਸੈਂਟ ਵੀ ਛਿੜਕ ਲਿਆ, ਔਰ ਮੂੰਹ ਵਿੱਚ ਪਾਨ ਵੀ ਪਾ ਲਿਆ ਖਾਣ ਵਾਸਤੇ। ਭਾਵ ਪੁਰਾਣੇ ਸਮਿਆਂ ਦੇ ਵਿੱਚ ਅੱਜ ਕੱਲ੍ਹ ਤਾਂ ਬਣੀ ਬਣਾਈ ਆ ਗਈ ਲਾਲੀ ਮੂੰਹ 'ਤੇ ਲਾਉਣ ਵਾਸਤੇ, ਬੁੱਲ੍ਹਾਂ 'ਤੇ ਲਾਉਣ ਵਾਸਤੇ, ਪਰ ਪੁਰਾਣੇ ਸਮਿਆਂ ਵਿੱਚ ਗੁਰੂ ਪਿਆਰਿਓ ਪਾਨ ਖਾਂਦੇ ਸਨ, ਉਹਦੇ ਨਾਲ ਬੁੱਲ੍ਹ ਲਾਲ ਹੋ ਜਾਂਦੇ ਸਨ। ਕਹਿੰਦੇ ਇਸ ਮਨੁੱਖ ਨੇ, ਇਸ ਇਸਤਰੀ ਨੇ ਪਾਨਾਂ ਦੇ ਪੱਤਿਆਂ ਨਾਲ ਮਿਲਾ ਕੇ ਕਪੂਰ ਚੱਬ ਲਿਆ, ਜਿਹਦੇ ਨਾਲ ਬੁੱਲ੍ਹ ਰੰਗੇ ਗਏ। ਭਾਵ ਬਾਹਰੀ ਤੌਰ 'ਤੇ ਸਾਰੇ ਸ਼ਿੰਗਾਰ ਇਸ ਮਨੁੱਖ ਨੇ ਕਰ ਲਏ ਜਿਵੇਂ ਕੋਈ ਇਸਤਰੀ ਕਰ ਲਵੇ, ਪਰ ਜੇ ਧਨ ਕੰਤ ਨਾ ਭਾਵੀ ਤਾਂ ਸਭ ਅਡੰਬਰ ਕੂੜ ਹੈ। ਜੇ ਉਸ ਦਾ ਪਤੀ ਉਸ ਨੂੰ ਪਿਆਰ ਨਾ ਕਰੇ, ਉਸ ਦਾ ਮਾਲਕ ਉਹਨੂੰ ਪਿਆਰ ਨਾ ਕਰੇ, ਤੇ ਉਹਦੇ ਸਾਰੇ ਸ਼ਿੰਗਾਰ ਅਡੰਬਰ ਰਹਿ ਜਾਣਗੇ, ਬਣ ਕੇ ਝੂਠੇ ਰਹਿ ਜਾਣਗੇ, ਕੋਈ ਫਾਇਦਾ ਨਹੀਂ ਹੋਣਾ। ਉਸੇ ਤਰ੍ਹਾਂ ਹੀ ਅੱਜ ਧਾਰਮਿਕ ਚਿੰਨ੍ਹਾਂ ਨੂੰ ਪਹਿਨ ਕਰਕੇ ਦੁਨੀਆ ਵਿੱਚ ਬੜੇ ਧਰਮੀ ਬਣੇ ਫਿਰਦੇ ਹੈ, ਪਰ ਅੰਦਰ ਨਾਮ ਨਾ ਹੋਣ ਕਰਕੇ ਵਿਸ਼ੇ ਵਿਕਾਰਾਂ ਦਾ ਜ਼ੋਰ ਐਸਾ ਪੈਂਦਾ ਹੈ ਕਿ ਆਪਣੇ ਦਰ 'ਤੇ ਆਉਣ ਵਾਲੇ ਇਸਤਰੀਆਂ ਮਨੁੱਖਾਂ ਦੀ ਸ਼ੋਸ਼ਣ ਕਰਦੇ ਹੈ, ਇਸਤਰੀਆਂ ਦੀ ਸ਼ੋਸ਼ਣ ਕਰਦੇ ਆ, ਮਨੁੱਖਾਂ ਦਾ ਸ਼ੋਸ਼ਣ ਉਹਨਾਂ ਦੀ ਮਾਇਆ ਨਾਲ ਕਰਦੇ ਹਨ, ਤੇ ਅਖੀਰ ਉਹਨਾਂ ਦੇ ਉੱਤੇ ਮਾਇਆ ਦਾ ਐਸਾ ਪ੍ਰਭਾਵ ਪੈਂਦਾ, ਧਰਮ ਤੋਂ ਭਟਕ ਜਾਂਦੇ ਹੈ, ਤੇ ਫਿਰ ਅਨੇਕਾਂ ਤਰ੍ਹਾਂ ਦੇ ਦੁੱਖਾਂ ਨੂੰ ਭੋਗਣ ਲਈ ਜੇਲ੍ਹਾਂ ਵਿੱਚ ਸਿੱਟੇ ਜਾਂਦੇ ਹੈ। ਇਸੇ ਤਰ੍ਹਾਂ ਦੇ ਹੀ ਦਰਗਾਹ ਦੇ ਵਿੱਚ ਵੀ ਤੱਤੇ ਥੰਮਾਂ ਨਾਲ ਬੰਨ੍ਹੇ ਜਾਂਦੇ ਹਨ ਉਹ ਲੋਕ, ਉਹਨਾਂ ਦੀ ਇੱਥੇ ਸਜ਼ਾ ਪੂਰੀ ਨਹੀਂ ਹੁੰਦੀ। ਫਿਰ
ਪ੍ਰੀਤਮ ਜੀ ਕਹਿੰਦੇ, ਚੋਆ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ, ਜੇ ਧਨ ਕੰਤ ਨ ਭਾਵਈ ਤਾਂ ਸਭ ਅਡੰਬਰ ਕੂੜ। ਸਭ ਰਸ ਭੋਗਣ ਬਾਦ ਹਹੇ ਸਭ ਸ਼ਿੰਗਾਰ ਬਿਕਾਰ। ਤਾਂ ਤੇ ਭਾਈ ਸੰਸਾਰ ਦੇ ਰਸਾਂ ਨੂੰ ਭੋਗਣਾ ਉਹਨਾਂ ਚਿਰ ਵਿਕਾਰ ਹੈ, ਸ਼ਿੰਗਾਰ ਕਰਨਾ ਉਹਨਾਂ ਚਿਰ ਵਿਕਾਰ ਹਨ। ਕਿੰਨਾ ਚਿਰ ਜਬ ਲਗ ਸ਼ਬਦ ਨਾ ਭੇਦੀ ਹੈ, ਜਿੰਨਾ ਚਿਰ ਤੂੰ ਸ਼ਬਦ ਨਾਲ ਨਹੀਂ ਜੁੜਦਾ। ਇਹ ਧਾਰਮਿਕ ਚਿੰਨ੍ਹ ਉਹਨਾਂ ਚਿਰ ਕਿਸੇ ਕੰਮ ਦੇ ਨਹੀਂ ਜਿੰਨਾ ਚਿਰ ਬਾਣੀ ਨਾਲ ਨਹੀਂ ਜੁੜਦਾ। ਜੇ ਧਨ ਕੰਤ ਨ ਭਾਵੀ ਤਾਂ ਸਭ ਅਡੰਬਰ ਕੂੜ। ਬਾਣੀ ਨਾਲ ਜੁੜੇ ਤੋਂ ਬਗੈਰ ਮਾਲਕ ਨੂੰ ਨਹੀਂ ਭਾਉਂਦਾ। ਪ੍ਰੀਤਮ ਦਾ ਬਚਨ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ, ਮੇਰਾ ਕੰਤ ਨ ਭਾਵੈ ਚੋਲੜਾ ਪਿਆਰੇ, ਕਿਉਂ ਧਨ ਸੇਜੈ ਜਾਏ। ਇਹ ਜੀਵ ਆਤਮਾ ਆਪਣੇ ਮਾਲਕ ਦੀ ਸੇਜਾ ਤੇ ਕਿਵੇਂ ਜਾ ਸਕਦੀ ਆ? ਮੇਰੇ ਪ੍ਰੀਤਮ ਜੀ ਬਖਸ਼ਿਸ਼ ਕਰਦੇ ਹਨ। ਜਬ ਲਗ ਸ਼ਬਦ ਨ ਭੇਦੀ ਹੈ, ਕਿਉਂ ਸੋ ਹੈ ਗੁਰਦੁਆਰ। ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ। ਜਿੰਨਾ ਚਿਰ ਗੁਰੂ ਦੁਆਰਾ ਸ਼ਬਦ ਨਾਲ ਨਹੀਂ ਜੁੜਦਾ, ਸ਼ਬਦ ਨਾਲ ਆਪਣੇ ਮਨ ਨੂੰ ਬਿੰਨਦਾ ਨਹੀਂ, ਹਿਰਦੇ ਵਿੱਚ ਸ਼ਬਦ ਨੂੰ ਨਹੀਂ ਵਸਾਉਂਦਾ, ਉਹਨਾਂ ਚਿਰ ਕਿਵੇਂ ਸੋਹਣਾ ਲੱਗੇਗਾ ਮਾਲਕ ਨੂੰ। ਧਨ ਹੈ ਉਹ ਜੀਵ ਇਸਤਰੀਆਂ, ਉਹ ਮਨੁੱਖ, ਨਾਮ ਜਪਣ ਵਾਲੀਆਂ ਰੂਹਾਂ ਆਤਮਾਵਾਂ, ਜਿਨ ਸਹਿ ਨਾਲ ਪਿਆਰ। ਉਹਨਾਂ ਨੇ ਭਾਵੇਂ ਕੋਈ ਸ਼ਿੰਗਾਰ ਨਹੀਂ ਕੀਤਾ, ਉਹਨਾਂ ਨੇ ਭਾਵੇਂ ਕੋਈ ਸ਼ਿੰਗਾਰ ਨਹੀਂ ਕੀਤਾ, ਪਰ ਉਹਨਾਂ ਦੇ ਹਿਰਦੇ ਵਿੱਚ ਮਾਲਕ ਦਾ ਵਾਸਾ ਹੋ ਗਿਆ। ਇਸ ਕਰਕੇ ਉਹ ਆਪਣੇ ਮਾਲਕ ਨੂੰ ਪਾਉਣ ਵਾਸਤੇ ਕੇਵਲ ਤੇ ਕੇਵਲ ਮਾਲਕ ਨਾਲ ਪਿਆਰ ਕਰਦੀਆਂ, ਬਾਹਰੀ ਤੌਰ ਦੇ ਸ਼ਿੰਗਾਰਾਂ ਨੂੰ ਛੱਡ ਕਰਕੇ। ਜਿਵੇਂ ਕੋਈ ਜੀਵ ਇਸਤਰੀ ਪੁੱਛਦੀ ਹੈ ਕਿ ਭੈਣੇ ਤੂੰ ਮਾਲਕ ਨੂੰ ਕਿਵੇਂ ਖੁਸ਼ ਕੀਤਾ, ਮੈਨੂੰ ਵੀ ਦੱਸ ਦੇ। ਸੁਣ ਯਾਰ ਹਮਾਰੇ ਸੱਜਣੇ ਕਰੋ ਬੇਨਤੀ ਆ, ਇਹ ਸ਼ਬਦ ਵਿੱਚ ਆਖਰੀ ਪਦੇ ਹਨ। ਉੱਥੇ ਪੁੱਛਦੀ ਹੈ ਕਰੂ ਵਿਛੜੀ ਹੋਈ ਮਿਲੀ ਹੋਈ ਰੂਹ ਨੂੰ, ਵੀ ਤੂੰ ਮਾਲਕ ਨੂੰ ਕਿਵੇਂ ਪਾਲਿਆ, ਮੈਨੂੰ ਵੀ ਦੱਸ ਦੇ। ਯਾਰ ਵੇ ਤੈ ਰਾਵਿਆ ਲਾਲਣ ਮੂੰਹ ਦੱਸ ਦਸੰਦਾ, ਤੂੰ ਲਾਲਣ ਨੂੰ ਕਿਵੇਂ ਪਾਲਿਆ, ਮੈਨੂੰ ਵੀ ਦੱਸ ਦੇ, ਮੈਂ ਵੀ ਪਾ ਲਵਾਂ। ਉਹ ਕਹਿੰਦੀ, ਜਿਸਨੇ ਪਾਇਆ ਲਾਲਣ ਤੈ ਪਾਇਆ ਆਪ ਗਵਾਇਆ, ਮੈਂ ਉਸ ਮਾਲਕ ਨੂੰ ਪਾਇਆ ਆਪਣੇ ਆਪ ਨੂੰ ਗਵਾ ਕਰਕੇ। ਜੈ ਤਨ ਭਾਗ ਮਥਾਣੇ, ਜਿਨ੍ਹਾਂ ਦੇ ਮੱਥੇ ਦੇ ਵੱਡੇ ਭਾਗ ਹੁੰਦੇ ਹਨ ਉਹਨਾਂ ਨੂੰ ਮਿਲਦਾ ਹੈ, ਪਰ ਆਪਣੇ ਹੰਕਾਰ ਨੂੰ ਵੀ ਛੱਡਣਾ ਪੈਂਦਾ। ਬਾਹ ਪਕੜ ਠਾਕਰ ਹੋ ਘੇਦੀ, ਮੈਂ ਕੋਈ ਸ਼ਿੰਗਾਰ ਨਹੀਂ ਕੀਤਾ, ਮਾਲਕ ਨੇ ਮੈਨੂੰ ਪ੍ਰਵਾਨ ਕਰ ਲਿਆ, ਬਾਹੋਂ ਫੜ ਕੇ ਆਪਣੀ ਬਣਾ ਲਿਆ। ਸਾਡੀ ਬਿਰਤੀ ਰੂਪੀ ਬਾਹ ਨੂੰ ਫੜ ਕੇ ਮਾਲਕ ਨੇ ਆਪਣੇ ਵੱਲ ਖਿੱਚ ਲਿਆ। ਸਾਡੀ ਸੁਰਤ ਨੂੰ, ਸਾਡੀ ਬਿਰਤੀ ਨੂੰ ਗੁਣ ਅਵਗੁਣ ਨਾ ਪਛਾਣੇ। ਮੇਰੇ ਗੁਣ ਔਗੁਣ ਵੇਖੇ ਨਹੀਂ, ਫਿਰ ਤੂੰ ਕਿਹੜਾ ਸ਼ਿੰਗਾਰ ਕੀਤਾ ਭੈਣੇ। ਕਹਿੰਦੀ ਮੈਂ ਸ਼ਿੰਗਾਰ ਕੋਈ ਨਹੀਂ ਕੀਤਾ, ਚੰਗੇ ਗੁਣਾਂ ਨੂੰ ਧਾਰਨ ਕੀਤਾ। ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ, ਮੈਂ ਸੰਸਾਰੀ ਲਾਲੀ ਨਹੀਂ ਵਰਤੀ, ਨਾਮ ਦੇ ਲਾਲੀ ਨੂੰ ਚੜਾਉਣਾ ਕੀਤਾ। ਤਿਸ ਹਾਬੋ ਕਿਛ ਸੁਹੰਦਾ, ਉਸ ਵਾਸਤੇ ਮੇਰਾ ਇਹ ਜਿਹੜਾ ਹੈ ਸ਼ਿੰਗਾਰ ਵਧੀਆ ਲੱਗਿਆ, ਉਹਨੇ ਮੈਨੂੰ ਆਪਦੇ ਨਾਲ ਮਿਲਾ ਲਿਆ। ਤਾਂ ਇਹੋ ਜਿਹੀਆਂ ਨਾਮ ਜਪਣ ਵਾਲੀਆਂ ਰੂਹਾਂ ਦੀ ਗੱਲ ਹੈ। ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ, ਸਹਿ ਸੰਦੋਖ ਸ਼ਿੰਗਾਰੀਆ ਮਿੱਠਾ ਬੋਲਣੀ, ਉਹਨਾਂ ਰੂਹਾਂ ਦੀ ਗੱਲ ਹੈ। ਜਾਂ ਨਾਨਕ ਧਨ ਸੁਹਾਗਣ ਸਾਈ ਜੀ ਸੰਗ ਪਧਾਰ ਵਸੰਦਾ, ਉਹ ਜੀਵ ਰੂਪੀ ਇਸਤਰੀਆਂ ਸੁਹਾਗਣਾ ਹਨ ਜਿਨ੍ਹਾਂ ਦੇ ਨਾਲ ਉਹਨਾਂ ਦਾ ਮਾਲਕ ਵਸਦਾ ਹੈ। ਇਸ ਕਰਕੇ ਪਾਤਸ਼ਾਹ ਜੀ ਕਹਿ ਰਹੇ ਹਨ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ, ਜਿਨ੍ਹਾਂ ਦਾ ਮਾਲਕ ਦੇ ਨਾਲ ਪਿਆਰ ਹੈ ਉਹ ਸੁਹਾਗਣ ਇਸਤਰੀਆਂ। ਉਹਨਾਂ ਨੇ ਸਾਰੇ ਸ਼ਿੰਗਾਰ ਕਰ ਲਏ, ਜਿਨ੍ਹਾਂ ਨੇ ਮਾਲਕ ਨੂੰ ਖੁਸ਼ ਕਰ ਲਿਆ। ਉਹ ਸਾਦੇ ਰੂਪ ਦੇ ਵਿੱਚ ਵੀ ਮਾਲਕ ਨੂੰ ਸੋਹਣੀਆਂ ਲੱਗਦੀਆਂ। ਜਿਨ੍ਹਾਂ ਨੂੰ ਮਾਲਕ ਨੇ ਪ੍ਰਵਾਨ ਨਹੀਂ ਕੀਤਾ, ਉਹ ਭਾਵੇਂ ਜਿੰਨੇ ਮਰਜ਼ੀ ਸ਼ਿੰਗਾਰ ਕਰ ਲੈਣ, ਉਹਨਾਂ ਨੂੰ ਮਾਲਕ ਪ੍ਰਵਾਨ ਨਹੀਂ ਕਰਦਾ। ਉਹਨਾਂ ਬਾਰੇ ਫਿਰ ਕਹਿ ਦਿੱਤਾ, ਉਹਨਾਂ ਦਾ ਜੀਵਨ ਇੱਦਾਂ ਦਾ ਹੈ। ਸ੍ਰੀ ਰਾਗ ਮਹੱਲਾ ਪਹਿਲਾ। ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਭਾਏ,
कलर केरी कंध ज्यों ऐ निस्किरट है भाए। बिन शब्द है सुख ना थिए, पिर बिन दुख न जाए मुंधे। पिर बिन क्या सिंगार, दर कर ढोई ना लहै, दरगह झूठ खुआर। ਇਹ ਸੀ ਪਵਿੱਤਰ ਸ਼੍ਰੀ ਰਾਗ ਦੇ ਸ਼ਬਦ। 13ਵੇਂ ਦੀ ਵਿਚਾਰ। ਇਹ 13ਵਾਂ ਸ਼ਬਦ ਸੀ ਰਾਗ ਸ਼੍ਰੀ ਰਾਗ ਦਾ, ਜੋ 18 ਅੰਗ ਤੋਂ ਆਰੰਭ ਹੋ ਕੇ 19 ਅੰਗ ਤੱਕ ਹੈ। ਆਓ ਇਸ ਸ਼ਬਦ ਦੀ ਵਿਚਾਰ ਨੂੰ ਇੱਥੇ ਰੋਕਦੇ ਆ। ਜੇਵਾ ਏਕ ਤੇ ਅਨੇਕਾਂ ਗੁਣ ਤੇਰੇ, ਕਿਹੜੇ ਕਿਹੜੇ ਗਾਵਾਂ ਦਾਤਿਆ ਬੜਾ ਬੇਅੰਤ ਹੈ, ਬੜਾ ਮਹਾਨ ਹੈ। ਬੋਲਦੇ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ, ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।